तीरथ तप दया दत दान, जे को पावै तिलका मान। सुनिया मन्निया मन कीता पाओ, अंतरगत तीरथ मल नहाओ। सब गुण तेरे मैं नाही कोए, विण गुण कीते भगत न होए। स्वस्थ आथ बाणी बरमाओ, सत सुहान सदा मन चाओ। कमण सो वेड़ा वखत कमण, कमण थित कमण वार। कमण से रुति माह कमण, जित होआ आकार। वेल ना पाइया पंडती, जे होवै लेख पुराण। वखत न पायो कादियाँ, जे लिखन लेख कुरान। थित वार न जोगी जानै, रुत महा न कोई। जा करता सिरठी को साजे, आपे जानै सोई। किम कर आखां किम सालाही, क्यों वरनी किम जाना। नानक आखण सब को आखै, एक दू एक सियाणा। वड्डा साहिब वड्डी नाई, कीता जां का हुवै। नानक जे को आपो जानै, अग्गै गया ना सो है। वाहिगुरु जी का खालसा, वाहिगुरु जी की फतेह। गुरु प्यारी साध संगत जी, जप बाणी ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਆਪਾਂ 20 ਨੰਬਰ ਪੌੜੀ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ। ਅੱਜ ਆਪਾਂ 21 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਤੋ ਗੁਰੂ ਪਿਆਰੀ ਸਾਧ ਸੰਗਤ, ਜਿਵੇਂ ਆਪਾਂ ਪਹਿਲੀਆਂ ਪੌੜੀਆਂ ਵਿੱਚ ਵਿਚਾਰ ਸਰਵਣ ਕਰ ਰਹੇ ਹਾਂ ਕਿ ਗੁਰਦੇਵ ਜੀ ਨੇ ਉਸ ਪਰਿਪੂਰਨ ਪਰਮਾਤਮਾ ਦੀ ਰਜਾ, ਉਹਦੇ ਹੁਕਮ ਵਿੱਚ ਤੁਰਨ ਦੀ ਜੋ ਸਾਨੂੰ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਮੈਲ ਭਰ ਜਾਂਦੀ ਹੈ, ਮਨ ਮੈਲ ਨਾਲ ਭਰ ਜਾਂਦਾ ਹੈ, ਹਉਮੈ ਦੀ ਮੈਲ ਨਾਲ ਨੱਕੋ ਨੱਕ ਭਰ ਜਾਂਦਾ ਹੈ, ਅਤੇ ਜ਼ਿੰਦਗੀ ਦੇ ਵਿੱਚ ਕਿਵੇਂ ਉਤਰਾਅ ਚੜਾਅ ਆਉਂਦੇ ਨੇ, ਕਿਵੇਂ ਇਹ ਮਨ ਜੰਮਣ ਮਰਨ ਦੀ ਗੇੜ ਦੇ ਵਿੱਚ ਪੈ ਜਾਂਦਾ ਹੈ। 20 ਨੰਬਰ ਪੌੜੀ ਵਿੱਚ ਆਪਾਂ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਬਹੁਤ ਪਿਆਰੇ ਤਰੀਕੇ ਨਾਲ ਇਸ ਮਨ ਨੂੰ ਸਾਫ਼ ਕਰਨ ਦਾ ਤਰੀਕਾ ਬਖਸ਼ਿਸ਼ ਕੀਤਾ ਹੈ ਕਿ ਕਿਵੇਂ ਅਸੀਂ ਆਪਣੀ ਇਸ ਸੋਚ ਨੂੰ ਬਦਲਣਾ ਹੈ, ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਧੀਆ ਕਰਮ ਕਰਨੇ ਨੇ। ਜਿਵੇਂ ਆਪਾਂ ਪਹਿਲੀਆਂ ਪੌੜੀਆਂ ਵਿੱਚ ਵੀ ਜਦੋਂ ਵੀ ਜਿਸ ਪੌੜੀ ਦੀ ਵਿਚਾਰ ਕਰਦੇ ਹਾਂ ਅਤੇ ਅਖੀਰਲੇ ਬੰਦ ਤੋਂ, ਅਖੀਰਲੀਆਂ ਤੁਕਾਂ ਤੋਂ ਵਿਚਾਰ ਆਰੰਭ ਕਰਦੇ ਹਾਂ ਤਾਂ ਕਿ ਸਾਨੂੰ ਉਸ ਪੌੜੀ ਦੇ ਪ੍ਰਕਰਨ ਬਾਰੇ ਪਤਾ ਲੱਗ ਸਕੇ ਕਿ ਗੁਰਦੇਵ ਜੀ ਇਸ ਪੌੜੀ ਵਿੱਚ ਸਾਨੂੰ ਕੀ ਸਿੱਖਿਆ ਦਿੰਦੇ ਹਨ। ਅੱਜ ਜਿਹੜੀ ਆਪਾਂ ਪੌੜੀ ਪੜ੍ਹੀ ਹੈ 21 ਨੰਬਰ, ਇੱਕ ਤਾਂ ਇਸ ਪੌੜੀ ਦੇ ਵਿੱਚ ਤੁਸੀਂ ਸਰਵਣ ਕਰ ਹੀ ਚੁੱਕੇ ਹੋ ਕਿ ਜਿਹੜੀਆਂ ਮਿੱਥਾਂ ਸਨ, ਜਿਹੜੀਆਂ ਮਨੌਤਾਂ ਸਨ, ਉਹਨਾਂ ਨੂੰ ਬਾਦਲੀਲ ਬੜੇ ਤਰੀਕੇ ਨਾਲ ਗੁਰਦੇਵ ਪਿਤਾ ਮਹਾਰਾਜ ਜੀ ਨੇ ਖੰਡਨ ਕੀਤਾ ਹੈ ਅਤੇ ਦੱਸਿਆ ਹੈ ਕਿੱਦਾਂ ਕਿੱਦਾਂ ਉਹਨਾਂ ਦਾ ਮੰਨਣਾ ਸੀ, ਕਿੱਦਾਂ ਕਿੱਦਾਂ ਉਹਨਾਂ ਦੀ ਸੋਚ ਸੀ। ਅਤੇ ਗੁਰਦੇਵ ਪਿਤਾ ਮਹਾਰਾਜ ਜੀ ਨੇ ਜਿਸ ਜਿਸ ਮਜ਼ਹਬ ਦੀ ਇਸ ਸੰਸਾਰ ਦੇ ਆਕਾਰ ਬਾਰੇ, ਇਸ ਸੰਸਾਰ ਦੀ ਹੋਂਦ ਬਾਰੇ ਜਾਂ ਉਸ ਪਰਮੇਸ਼ਰ ਬਾਰੇ ਜਿੱਦਾਂ ਦੀ ਉਹਦੀ ਮਨੌਤ ਸੀ, ਉਹਨਾਂ ਨੂੰ ਬਹੁਤ ਸੋਹਣੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਅਤੇ ਇਹ ਵੀ ਨਾਲ ਦੱਸ ਦਿੱਤਾ ਹੈ ਕਿ ਗੁਰਮਤਿ ਦਾ ਪਰਮੇਸ਼ਰ ਬਾਰੇ, ਗੁਰਮਤਿ ਦਾ ਇਸ ਕਰਤੇ ਦੀ ਸ੍ਰਿਸ਼ਟੀ ਬਾਰੇ ਕੀ ਮੰਨਣਾ ਹੈ। ਦੋਵੇਂ ਪੱਖ ਆ ਗਏ। ਇੱਕ ਤਾਂ ਉਹਨਾਂ ਦਾ ਪੱਖ ਆ ਗਿਆ ਵੀ ਉਹ ਕਿੱਦਾਂ ਮੰਨਦੇ ਨੇ ਅਤੇ ਗੁਰਮਤਿ ਕਿੱਦਾਂ ਮੰਨਦੀ ਹੈ। ਇਹ ਨਹੀਂ ਕਿਹਾ ਵੀ ਤੁਸੀਂ ਜਿੱਦਾਂ ਅਸੀਂ ਕਹਿੰਦੇ ਉੱਦਾਂ ਹੀ ਮੰਨੋ। ਮਹਾਰਾਜ ਨੇ ਪੱਖ ਦੱਸਤਾ ਕਿ ਭਾਈ ਆਹ ਪੱਖ ਸਾਡਾ ਹੈ, ਅੱਗੇ ਮੰਨਣਾ ਨਾ ਮੰਨਣਾ ਜੀਵਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਅਤੇ ਕਮ ਸੇ ਕਮ ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਗੁਰੂ ਦਾ ਉਪਦੇਸ਼ ਰੋਜ਼ ਪੜ੍ਹਦੇ ਵੀ ਹਾਂ, ਵਿਚਾਰਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਸਾਨੂੰ ਮੁੱਢਲੀਆਂ ਗੱਲਾਂ ਨਾ ਪਤਾ ਹੋਣ ਕਰਕੇ ਕਈ ਵਾਰੀ ਅਸੀਂ ਉਲਝ ਜਾਂਦੇ ਹਾਂ। ਤੋ ਜਿਸ ਪੌੜੀ ਦਾ ਆਪਾਂ ਹੁਣੇ ਪਾਠ ਸਰਵਣ ਕੀਤਾ ਹੈ, ਕਿਉਂਕਿ ਇਸ ਪੌੜੀ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਕਿ ਵੱਡਾ ਸਾਹਿਬ ਉਹ ਮਾਲਕ ਆ ਵੱਡਾ ਹੈ ਅਤੇ ਵੱਡੀ ਨਾਈ ਉਹਦੀ ਵਡਿਆਈ। ਜੇ ਆਪ ਵੱਡਾ ਅਤੇ ਵਡਿਆਈ ਵੀ ਉਹਦੀ ਵੱਡੀ ਹੈ। ਜਿੱਡਾ ਵੱਡਾ ਆਪ ਹੈ
ਓਡੀ ਵੱਡੀ ਉਹਦੀ ਵਡਿਆਈ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ। ਜੋ ਕੁਝ ਪਸਾਰਾ ਪਸਰਿਆ ਹੈ ਸਾਰਾ ਉਹਦੇ ਹੁਕਮ ਮੁਤਾਬਕ, ਉਹਦੇ ਨਿਯਮ ਮੁਤਾਬਕ ਪਸਰਿਆ। ਨਾਨਕ ਜੇ ਕੋ ਆਪੋ ਜਾਣੈ, ਜੇ ਕੋਈ ਆਪਣੀ ਬੁੱਧੀ ਦੇ ਤਲ 'ਤੇ, ਆਪਣੀ ਸੋਚ ਦੇ ਤਲ ਦੇ ਉੱਤੇ ਕਹਿਣ ਲੱਗੇ ਉਹਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਵੀ ਸ੍ਰਿਸ਼ਟੀ ਇਹ ਦਿਨ ਬਣੀ ਸੀ, ਆਹ ਦਿਨ ਸੀ, ਆਹ ਥਿਤ ਸੀ, ਆਹ ਵਾਰ ਹੈ, ਕਹਿਣ ਲੱਗੇ ਅੱਗੇ ਗਿਆ ਨਾ ਸੋ ਹੈ। ਭਾਵ ਉਹ ਮਾਲਕ ਦੇ ਦਰਬਾਰ ਵਿੱਚ, ਹੁਣ ਮਾਲਕ ਦਾ ਦਰਬਾਰ ਕਿੱਥੇ? ਜਿੱਥੇ ਮਾਲਕ ਹੋਏਗਾ ਦਰਬਾਰ ਵੀ ਉੱਥੇ ਹੋਏਗਾ। ਜੇ ਅਸੀਂ ਰੱਬ ਨੂੰ ਸਰਬ ਵਿਆਪਕ, ਉਹਦਾ ਉੱਥੇ ਹੋਏਗਾ ਜਿੱਥੇ ਉਹ ਆਪ ਬੈਠਾ ਹੈ। ਭਾਵ ਉਹ ਸਮਾਜ ਵਿੱਚ ਸ਼ੋਭਾ ਨਹੀਂ ਪਾਏਗਾ ਜਿਹੜਾ ਆਪਣੀ ਬੁੱਧੀ ਦੇ ਤਲ 'ਤੇ, ਆਪਣੀ ਸੋਚ ਦੇ ਤਲ 'ਤੇ ਇਸ ਗੱਲ ਦਾ ਵਿਖਿਆਨ ਕਰਨ ਦੀ ਕੋਸ਼ਿਸ਼ ਕਰੇ ਕਿ ਮੈਂ ਦੱਸਾਂਗਾ ਇਸ ਦਿਨ ਸ੍ਰਿਸ਼ਟੀ ਬਣੀ ਸੀ, ਮੈਂ ਦੱਸਾਂਗਾ ਰੱਬ ਕੀ ਹੈ, ਜਾਂ ਰੱਬ ਦੀ ਡੈਫੀਨੇਸ਼ਨ। ਕਿੰਨੇ ਪਿਆਰੇ ਸ਼ਬਦ ਗੁਰਦੇਵ ਜੀ ਨੇ ਵਰਤ ਦਿੱਤੇ ਕਿ ਸ੍ਰਿਸ਼ਟੀ ਬਾਰੇ ਜਿਹੜੀ ਮਨੌਤ ਸੀ, ਉਸ ਮਨੌਤ ਨੂੰ ਗੁਰਦੇਵ ਪਿਤਾ ਮਹਾਰਾਜ ਨੇ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ। ਜਿਵੇਂ ਕਿ ਜਿਹੜੇ ਇਸਲਾਮ ਵਾਲੇ ਵੀਰ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ 6 ਦਿਨ ਰੱਬ ਨੇ ਕੰਮ ਕੀਤਾ ਅਤੇ 7ਵੇਂ ਦਿਨ ਰੱਬ ਨੇ ਫਿਰ ਰੈਸਟ ਕੀਤੀ। ਯਾਨੀ ਕਿ 6 ਦਿਨ ਉਹਨੇ ਸ੍ਰਿਸ਼ਟੀ ਨੂੰ ਬਣਾਇਆ ਅਤੇ 7ਵੇਂ ਦਿਨ ਉਹਨੇ ਰੈਸਟ ਕੀਤੀ। ਉਹ 7ਵਾਂ ਦਿਨ ਸੀ ਸ਼ੁੱਕਰਵਾਰ। ਇੱਦਾਂ ਜਿਹੜੇ ਯਹੂਦੀ ਵੀਰ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ 6 ਦਿਨ ਰੱਬ ਨੇ ਕੰਮ ਕੀਤਾ, 7ਵੇਂ ਦਿਨ ਉਹਨੇ ਰੈਸਟ ਕੀਤੀ। ਉਹ 7ਵਾਂ ਦਿਨ ਰੈਸਟ ਕਰਨ ਵਾਲਾ ਸੀ ਸ਼ਨੀਵਾਰ, ਯਾਨੀ ਕਿ ਉਹਨਾਂ ਦਾ ਆਪਣਾ ਮੰਨਣਾ ਹੈ। ਇੱਦਾਂ ਹੀ ਜਿਹੜੇ ਕ੍ਰਿਸਚਨ ਲੋਕ ਨੇ, ਉਹਨਾਂ ਦਾ ਮੰਨਣਾ ਹੈ ਵੀ ਪਰਮੇਸ਼ਰ ਨੇ, ਉਸ ਮਾਲਕ ਨੇ ਜਦੋਂ ਕਾਇਨਾਤ ਨੂੰ ਤਿਆਰ ਕੀਤਾ, ਇੱਦਾਂ ਹੀ ਉਹਨੇ 6 ਦਿਨ ਵਰਕ ਕੀਤਾ ਅਤੇ ਛੁੱਟੀ ਵਾਲਾ ਦਿਨ ਐਤਵਾਰ ਸੀ। ਯਾਨੀ ਕਿ ਉਹਨਾਂ ਦਾ ਆਪਣਾ ਆਪਣਾ ਮੰਨਣਾ ਹੈ। ਜਿਵੇਂ ਮੁਸਲਮਾਨ ਭਰਾਵਾਂ ਦਾ ਇਹ ਮੰਨਣਾ ਵੀ ਜਦੋਂ ਉਹਨੇ ਸ਼ਨੀ, ਐਤ, ਸੋਮ, ਮੰਗਲ, ਬੁੱਧ ਅਤੇ ਵੀਰ ਇਹ ਕੰਮ ਕਰ ਲਿਆ ਅਤੇ ਸ਼ੁੱਕਰਵਾਰ ਉਹਨੇ ਰੈਸਟ ਕੀਤੀ। ਇੱਦਾਂ ਹੀ ਜਿਹੜੇ ਯਹੂਦੀ ਵੀਰ ਨੇ, ਉਹਨਾਂ ਦਾ ਇਹ ਮੰਨਣਾ ਵੀ ਐਤਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੰਮ ਕੀਤਾ ਅਤੇ ਸ਼ਨੀਵਾਰ ਰੈਸਟ ਕੀਤੀ। ਜਿਹੜੇ ਕ੍ਰਿਸਚਨ ਲੋਕ ਨੇ, ਉਹਨਾਂ ਦਾ ਇਹ ਮੰਨਣਾ ਹੈ ਵੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਕੰਮ ਕੀਤਾ ਅਤੇ ਐਤਵਾਰ ਫਿਰ ਉਸ ਰੱਬ ਨੇ ਰੈਸਟ ਕੀਤੀ, ਯਾਨੀ ਕਿ ਉਹਨੇ ਧਰਤੀ ਨੂੰ ਬਣਾਇਆ ਹੈ। ਮਹਾਰਾਜ ਨੇ ਇਸੇ ਪੌੜੀ ਵਿੱਚ ਇਸ ਚੀਜ਼ ਨੂੰ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਵੀ ਜੇ ਇਹਨਾਂ ਗੱਲਾਂ ਦਾ ਪਤਾ ਹੁੰਦਾ ਤਾਂ ਉਹ ਆਪਣੇ ਧਰਮ ਗ੍ਰੰਥਾਂ ਵਿੱਚ ਜ਼ਰੂਰ ਇਹਦੇ ਬਾਰੇ ਕੋਈ ਨਾ ਕੋਈ ਚੈਪਟਰ ਲਿਖ ਕੇ ਜਾਂਦੇ, ਤਾਂ ਕਿ ਲੋਕਾਂ ਵਿੱਚੋਂ ਇਹ ਭੁਲੇਖਾ ਨਿਕਲ ਸਕੇ। ਉਹ ਵਾਰ ਕਿਹੜਾ ਸੀ, ਉਹ ਕਿਹੜੀ ਥਿਤ ਸੀ, ਉਹ ਰੁੱਤ ਕਿਹੜੀ ਸੀ, ਕਿਹੜਾ ਮਹੀਨਾ ਸੀ, ਜ਼ਰੂਰ ਲਿਖ ਕੇ ਜਾਂਦੇ। ਮਹਾਰਾਜ ਨੇ ਇਸ 21 ਨੰਬਰ ਪੌੜੀ ਵਿੱਚ ਬਹੁਤ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ। ਤਾਂ ਖੈਰ, ਜਿਹੜੀ ਇੱਥੇ ਆਪਾਂ ਗੱਲ ਕਰ ਰਹੇ ਹਾਂ, ਗੁਰਦੇਵ ਜੀ ਕਹਿੰਦੇ ਨੇ ਵੱਡਾ ਸਾਹਿਬ ਉਹ ਮਾਲਕ ਆ ਵੱਡਾ ਹੈ, ਅਤੇ ਵੱਡਾ ਸਾਹਿਬ ਵੱਡੀ ਨਾਈ, ਉਹਦੀ ਆਪਣੀ ਵਡਿਆਈ, ਜੇ ਉਹ ਆਪ ਵੱਡਾ ਹੈ ਅਤੇ ਉਹਦੀ ਵਡਿਆਈ ਵੀ ਵੱਡੀ ਹੈ। ਕੀਤਾ ਜਾ ਕੋ ਹੋਵੇ ਸਭ ਕੁਝ ਉਹਦੇ ਹੁਕਮ ਮੁਤਾਬਕ। ਜਿਵੇਂ ਆਪਾਂ ਹੁਕਮੇ ਅੰਦਰ ਸਭ ਕੁਝ ਪੜ੍ਹ ਆਏ ਹਾਂ, ਬਾਹਰ ਹੁਕਮ ਨਾ ਕੋਏ, ਸਭ ਕੁਝ ਹੁਕਮ 'ਚ ਹੈ, ਬਾਹਰ ਹੁਕਮ ਨਾ ਕੋਏ, ਹੈਗਾ ਸਭ ਕੁਝ ਉਹਦੇ ਹੁਕਮ 'ਚ ਹੈ। ਪਰ ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ, ਉਹਦੇ ਹੁਕਮ ਦੀ ਪਾਲਣਾ ਕਰਦਾ ਹੈ, ਜਿਵੇਂ ਆਪਾਂ 2 ਨੰਬਰ ਪੌੜੀ 'ਚ ਪੜ੍ਹ ਆਏ ਹਾਂ ਕਿ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈਐ। ਜਿਹੜਾ ਹੈ ਸਭ ਕੁਝ ਉਹਦੇ ਹੁਕਮ 'ਚ, ਜਿਹੜਾ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ। ਹੁਕਮ ਲਿਖ ਸ਼ਬਦ ਆਇਆ ਉੱਥੇ ਖੱਖੇ ਨੂੰ ਸਿਹਾਰੀ 2 ਨੰਬਰ ਪੌੜੀ ਪਿੱਛੇ ਜਾ ਕੇ ਵੇਖ ਲਿਓ, ਕਿਉਂਕਿ ਇਹ ਪ੍ਰਕਰਨ ਇੱਕੋ ਤੁਰਿਆ ਆ ਰਿਹਾ ਹੈ, ਜਿਹੜਾ ਵਿਸ਼ਾ ਇੱਕ ਹੀ ਹੈ। ਹੁਕਮ ਉਹਦੀ ਰਜਾ ਤਾਂ ਅਸੀਂ ਸਚਿਆਰੇ ਬਣਾਂਗੇ। ਤੋ ਸਚਿਆਰੇ ਬਣਨ ਵਿੱਚ ਕਿਹੜੀ ਕਿਹੜੀ ਚੀਜ਼ ਰੁਕਾਵਟ ਹੈ, ਗੁਰਦੇਵ ਜੀ ਉਹਦਾ ਸਾਨੂੰ ਸਮਝਾ ਰਹੇ ਨੇ, ਅਸੀਂ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਲੈ ਕੇ ਆਉਣੀ ਹੈ। ਤੋ ਖੈਰ, ਉੱਥੇ ਗੁਰਦੇਵ ਜੀ ਜਿਹੜੀ ਗੱਲ ਕਹਿੰਦੇ ਵੀ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਜ਼ਾ ਪਵਾਈਐ। ਜਿਹੜਾ ਉਹਦੇ ਹੁਕਮ ਦੀ ਪਾਲਣਾ ਨਹੀਂ ਕਰਦਾ, ਉਹਦੇ ਨਿਯਮ ਵਿੱਚ, ਉਹਦੀ ਮਰਿਆਦਾ 'ਚ ਨਹੀਂ ਚੱਲਦਾ, ਪਾਤਸ਼ਾਹ ਕਹਿੰਦੇ ਉਹ ਦੁਖੀ ਵੀ ਹੁੰਦਾ। ਉਹ ਬੰਦਾ ਜਿਹੜਾ ਹੈ ਉਹ ਨੀਚ ਵੀ ਅਖਵਾਉਂਦਾ, ਯਾਨੀ ਕਿ ਸ਼ੋਭਾ ਨਹੀਂ ਪਾਉਂਦਾ, ਅਤੇ ਭਵਾਈਐ ਉਹ ਜੰਮਣ ਮਰਨ ਦੇ ਉਹਦਾ ਮਨ ਚੱਕਰਾਂ 'ਚ ਪੈ ਜਾਂਦਾ ਹੈ। ਜਿਹੜਾ ਉਹਦੇ ਹੁਕਮ 'ਚ ਤੁਰਦਾ ਹੈ, ਉੱਥੇ ਸ਼ਬਦ ਵਰਤਿਆ ਹੈ ਉੱਤਮ, ਉਹ ਉੱਤਮ ਅਖਵਾਉਂਦਾ ਹੈ। ਹੁਣ ਉੱਤਮ ਉਹਨੂੰ ਕਿਸੇ ਨੇ ਨਹੀਂ ਬਣਾਇਆ, ਉੱਤਮ ਉਹਨੇ ਹੁਕਮ 'ਚ ਤੁਰ ਕੇ ਆਪਣੇ ਆਪ ਨੂੰ ਬਣਾਇਆ ਉੱਤਮ, ਅਤੇ ਫਿਰ ਅੱਗੇ ਆਖਿਆ ਸੁਖੀ ਵੀ ਹੋਏਗਾ ਅਤੇ ਬਖਸ਼ਿਸ਼ ਦਾ ਪਾਤਰ ਵੀ ਬਣੇਗਾ। ਤੋ ਪਾਤਸ਼ਾਹ ਇੱਥੇ ਗੱਲ ਕਹਿੰਦੇ ਨੇ ਵੱਡਾ ਸਾਹਿਬ, ਜੇ ਉਹ ਸਾਹਿਬ ਵੱਡਾ ਹੈ ਅਤੇ ਉਹਦੀ ਰਜਾ ਵਿੱਚ ਤੁਰ ਕੇ ਵੀ ਭਾਈ ਤੂੰ ਵੀ ਵੱਡਾ ਹੋ ਸਕਦਾ ਹੈ, ਤੂੰ ਵੀ ਉਹ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਸਕਦਾ ਹੈ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਉਹਦਾ ਹੀ ਸਾਰਾ ਪਸਾਰਾ ਹੈ। ਕਹਿਣ ਲੱਗੇ ਨਾਨਕ ਜੇ ਕੋ ਆਪੋਂ ਜਾਣੇ, ਆਪੋਂ ਦਾ ਅਰਥ ਕੀ ਹੈ? ਆਪੋਂ, ਹਉਮੈ, ਮੈਂ ਆਹ ਕੀਤਾ, ਮੈਂ ਇੱਦਾਂ ਕਰ, ਜੋ ਮੈਂ ਦੱਸਦਾ ਦੂਜਾ ਨਹੀਂ ਦੱਸ ਸਕਦਾ। ਨਾਨਕ ਜੇ ਕੋ ਆਪੋਂ ਜਾਣੇ, ਕਹਿੰਦੇ ਅੱਗੇ ਗਿਆ ਨਾ ਸੋ ਹੈ, ਭਾਵ ਉਹ ਅੱਗੇ ਗਿਆ ਸੋਭਾ ਨਹੀਂ ਪਾਏਗਾ। ਭਾਵ ਅੱਗੇ ਗਿਆ ਦਾ ਅਰਥ ਕੀ ਆ? ਆਉਣ ਵਾਲੇ ਸਮੇਂ 'ਚ, ਭਾਵ ਸਮਾਜ ਵਿੱਚ। ਇੱਥੇ ਆਮ ਤੇ ਸ਼ਬਦ ਵਰਤੇ ਜਾਂਦੇ ਰੱਬ ਦੇ ਦਰਬਾਰ ਵਿੱਚ। ਜੇ ਰੱਬ ਵਿਆਪਕ ਹੈ, ਸਰਬ ਵਿਆਪਕ ਹੈ, ਅਤੇ ਉਹਦਾ ਦਰਬਾਰ ਵੀ ਸਰਬ ਵਿਆਪਕ ਹੋਏਗਾ। ਭਾਵ
ਉਹ ਮਾਲਕ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੋਏਗਾ, ਸਮਾਜ ਉਹਨੂੰ ਚੰਗਾ ਨਹੀਂ ਕਰੇਗਾ। ਜਿਹੜਾ ਆਪਣੀ ਬੁੱਧੀ ਦੇ ਤਲ ਤੇ ਇਹ ਬਿਆਨ ਕਰਨ ਦੀ ਕੋਸ਼ਿਸ਼ ਕਰੇ ਕਿ ਮੈਂ ਦੱਸਾਂਗਾ ਆਹ ਦਿਨ ਸੀ, ਆਹ ਥਿਤ ਸੀ, ਆਹ ਵਾਰ ਸੀ ਜਿੱਦਣ ਮਾਲਕ ਨੇ ਕਾਇਨਾਤ ਨੂੰ ਤਿਆਰ ਕੀਤਾ। ਤੋ ਖੈਰ ਪਾਤਸ਼ਾਹ ਕਹਿੰਦੇ ਨੇ ਭਾਈ ਆ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਵਾਸਤੇ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆ। ਤੇਰਾ ਮਕਸਦ ਇਹ ਨਹੀਂ ਕਿ ਤੂੰ ਸ੍ਰਿਸ਼ਟੀ ਕਦੋਂ ਬਣੀ ਹੈ, ਸ੍ਰਿਸ਼ਟੀ ਹੋਂਦ ਵਿੱਚ ਕਦੋਂ ਆਈ ਹੈ, ਤੂੰ ਉਹ ਦਿਨ ਲੱਭਦਾ ਫਿਰੇ। ਤੇਰਾ ਮਤਲਬ ਹੈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਉਹ ਮੈਲ ਕੱਢ ਸਕੇ ਜਿਹੜੀ ਮੈਲ ਤੈਨੂੰ ਇੱਕ ਥਾਂ ਤੇ ਟਿਕਣ ਨਹੀਂ ਦਿੰਦੀ। ਤੋ ਪਾਤਸ਼ਾਹ ਜੀ ਨੇ ਜਿੱਦਾਂ ਅਖੀਰਲੇ ਬੰਦ ਵਿੱਚ ਵਿਚਾਰ ਬਖਸ਼ਿਸ਼ ਕੀਤੇ, ਪਹਿਲੀ ਇਸ 21 ਨੰਬਰ ਪੌੜੀ ਦੀ ਪਹਿਲੀ ਤੁਕ ਵਿੱਚ ਗੁਰਦੇਵ ਜੀ ਜੋ ਬਖਸ਼ਿਸ਼ ਕਰ ਰਹੇ ਨੇ, ਬਹੁਤ ਪਿਆਰੇ ਤਰੀਕੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਤੀਰਥ, ਤਪ, ਦਇਆ, ਦਤ, ਦਾਨ। ਹੁਣ ਇੱਥੇ ਜਿਹੜਾ ਤੀਰਥ ਸ਼ਬਦ ਆਇਆ ਹੈ, ਇੱਥੇ ਬਾਹਰਲੇ ਤੀਰਥ ਦਾ ਜ਼ਿਕਰ ਨਹੀਂ ਕੀਤਾ, ਇੱਥੇ ਉਸ ਤੀਰਥ ਦਾ ਜ਼ਿਕਰ ਕੀਤਾ ਹੈ ਜਿਹੜਾ ਤੀਰਥ ਹਰ ਬੰਦੇ ਦੇ ਕੋਲ ਹੈ, ਹਰ ਬੰਦੇ ਦੇ ਅੰਦਰ ਹੈ, ਜਿਹਨੂੰ ਆਪਾਂ ਅਸੀਂ ਬਾਣੀ 'ਚ ਇੰਝ ਵੀ ਪੜ੍ਹਦੇ ਹਾਂ। ਗੁਰਦੇਵ ਜੀ ਨੇ ਇੰਝ ਵੀ ਸਮਝਾਇਆ ਹੈ ਸਾਨੂੰ ਵੀ ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਹੇ ਗੁਰ ਉਪਦੇਸ਼ ਜਵਾਹਰ ਮਾਣਕ ਸੇਵੈ ਸਿੱਖ ਸੁਖੋਜ ਲਹੈ ਗੁਰ ਸਮਾਨ ਤੀਰਥ ਨਹੀਂ ਕੋਏ। ਸਾਡਾ ਤੀਰਥ ਗੁਰੂ ਦਾ ਸ਼ਬਦ ਹੈ, ਗੁਰੂ ਦੀ ਸਿੱਖਿਆ ਹੈ, ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਹੈ। ਜਦੋਂ ਬਾਣੀ 'ਚੋਂ ਆਪਾਂ ਪੜ੍ਹਦੇ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਸਾਡੇ ਵਾਸਤੇ ਨਾਮ ਤੀਰਥ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਵੇਂ ਲੋਕ ਤੀਰਥ ਸਥਾਨਾਂ 'ਤੇ ਜਾ ਕੇ ਨਹਾ ਕੇ ਤਨ ਦੀ ਮੈਲ ਲਾਉਂਦੇ ਸੀ, ਅਸੀਂ ਗੁਰੂ ਸ਼ਬਦ ਇਸ ਤੀਰਥ ਸਥਾਨ 'ਤੇ ਨਹਾ ਕੇ ਆਪਣੇ ਮਨ ਦੀ ਮੈਲ ਲਾਉਣੀ ਹੈ। ਕਿਹੜੀ ਮੈਲ? ਜਿਹੜੀ ਅਖੀਰਲੀ ਤੁਕ 'ਚ ਆਈ ਹੈ, ਨਾਨਕ ਜੇ ਕੋ ਆਪੋ ਜਾਣੇ। ਹਉਮੈ ਵਾਲੀ ਮੈਲ ਲਾਉਣ ਲਈ ਤੀਰਥ ਸਥਾਨ 'ਤੇ ਨਹਾਉਣਾ ਬਹੁਤ ਜ਼ਰੂਰੀ ਹੈ। ਜਿਵੇਂ 20 ਨੰਬਰ ਪੌੜੀ 'ਚ ਗੁਰਦੇਵ ਜੀ ਇਹ ਗੱਲ ਕਹਿ ਰਹੇ ਵੀ ਉਹ ਧੋਪੈ ਨਾਵੇਂ ਕੇ ਰੰਗ, ਜਿਹੜੀ ਮੈਲ ਤੈਨੂੰ ਜੰਮਣ ਮਰਨ ਦੇ ਚੱਕਰਾਂ 'ਚ ਪਾ ਕੇ ਬੈਠੀ ਹੈ, ਇਸ ਮੈਲ ਨੂੰ ਕੱਟਣ ਦਾ ਇੱਕੋ ਇੱਕ ਤਰੀਕਾ ਹੈ ਤੀਰਥ। ਕਿਹੜਾ ਤੀਰਥ? ਤੀਰਥ ਗੁਰੂ ਦਾ ਸ਼ਬਦ, ਜਿੱਥੇ ਅਸੀਂ ਆਪਣੇ ਮਨ ਦਾ ਇਸ਼ਨਾਨ ਕਰਨਾ ਹੈ। ਪਾਤਸ਼ਾਹ ਕਹਿੰਦੇ ਤੀਰਥ, ਤਪ। ਤਪ ਦਾ ਅਰਥ ਕੀ ਹੈ? ਸੇਵਾ। ਇੱਥੇ ਤੀਰਥ ਉਹ ਤੀਰਥ ਜਿਸ ਤੀਰਥ 'ਤੇ ਅਸੀਂ ਇਸ਼ਨਾਨ ਕਰਕੇ ਆਪਣੇ ਮਨ ਦੀ ਮੈਲ ਉਤਾਰਨੀ ਹੈ। ਤਪ ਮੀਨਿੰਗ ਸੇਵਾ। ਉਹ ਤਪ ਨਹੀਂ ਜਿਹੜੇ ਜੋਗੀ ਲੋਕ ਪੁੱਠੇ ਲਟਕਦੇ ਸੀ, ਦਰਖਤਾਂ ਦੇ ਨਾਲ ਪੁੱਠੇ ਲਮਕ ਕੇ, ਜਾਂ ਪਾਣੀਆਂ ਵਿੱਚ ਸਮਾਧੀਆਂ, ਪਾਣੀ ਵਿੱਚ ਖਲੋਣਾ, ਜਾਂ ਬਰਫ਼ ਦੇ ਉੱਤੇ ਬੈਠ ਜਾਣਾ, ਜਾਂ ਧੂਣੀਆਂ ਤਪਾਉਣੀਆਂ, ਇਹ ਸਰੀਰ 'ਤੇ ਸੁਆਹ ਮਲ ਲੈਣੀ। ਐਸੇ ਤਪ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ। ਪਰ ਸੇਵਾ ਵੀ ਇੱਕ ਤਪ ਹੈ। ਕਿਹੜਾ ਤਪ? ਜਦੋਂ ਬੰਦਾ ਚੰਗੇ ਕੰਮ ਕਰਦਾ, ਇਹ ਵੀ ਇੱਕ ਤਪ ਹੈ। ਜਦੋਂ ਬੰਦਾ ਆਪਣੇ ਪਰਿਵਾਰ 'ਚੋਂ ਉੱਠ ਕੇ ਸਮਾਜ ਦੇ ਚੰਗੇ ਕੰਮਾਂ ਵਾਸਤੇ ਤੁਰਦਾ, ਤਪ ਹੈ। ਇਹ ਤਪ ਨੂੰ ਜਿਹੜੀ ਇਹ ਗੁਰਮਤਿ ਨੇ ਪ੍ਰਵਾਨ ਕੀਤਾ। ਭਾਈ ਤਾਰੂ ਸਿੰਘ ਵਰਗੇ ਗੁਰੂ ਕੇ ਪਿਆਰੇ ਸਾਰੀ ਦਿਹਾੜੀ ਖੇਤਾਂ 'ਚ ਕੰਮ ਕਰਦੇ ਆ, ਫਿਰ ਉਹਦੇ ਵਿੱਚੋਂ ਹੀ ਰੋਟੀ ਪਾਣੀ, ਪ੍ਰਸ਼ਾਦਾ ਪਾਣੀ ਤਿਆਰ ਕਰਕੇ ਆਪਣੇ ਗੁਰਸਿੱਖ ਭਰਾਵਾਂ ਨੂੰ ਛਕਾਉਂਦੇ ਆ। ਇਹ ਕਿਸੇ ਤਪ ਨਾਲੋਂ ਘੱਟ ਨਹੀਂ ਹੈ। ਜਦੋਂ ਅਸੀਂ ਪੁਰਾਣੇ ਗੁਰੂ ਕੇ ਸਿੱਖਾਂ ਦੀ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਹੱਥੀਂ ਕਿਰਤ ਕਮਾਈ, ਅਜੋਕੇ ਸਮੇਂ 'ਚ ਵੀ ਵੇਖ ਲਈਏ ਜਿਹੜੇ ਸਾਡੇ ਭੈਣ ਭਰਾ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ 'ਚੋਂ ਆਪ ਤੇ ਪ੍ਰਸ਼ਾਦਾ ਛਕਦੇ ਛਕਦੇ ਕਿਸੇ ਆਂਢ ਗੁਆਂਢ ਕੋਈ ਭੁੱਖਾ ਤਾਂ ਨਹੀਂ ਬੈਠਾ ਉਹਨੂੰ ਛਕਾਉਂਦੇ ਨੇ। ਇਹ ਵੀ ਇੱਕ ਤਪ ਹੈ। ਨਹੀਂ ਤੇ ਇੱਕ ਬੰਨੇ ਬੰਦਾ ਲੁੱਟ ਖਸੁੱਟ ਕਰਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਰਿਹਾ ਹੈ, ਇੱਕ ਬੰਦਾ ਆਪਣੇ ਬੱਚਿਆਂ ਨਾਲ ਸਲਾਹ ਕਰਕੇ ਆਪਣੇ ਪਰਿਵਾਰ ਦੇ ਖਰਚੇ 'ਚੋਂ ਪੈਸਾ ਕੱਢ ਕੇ ਕਿਸੇ ਲੋੜਵੰਦ ਦੀ ਹੈਲਪ ਕਰ ਰਿਹਾ। ਇਹ ਵੀ ਕਿਸੇ ਤਪ ਨਾਲੋਂ ਘੱਟ ਨਹੀਂ। ਪਾਤਸ਼ਾਹ ਕਹਿੰਦੇ ਤੀਰਥ, ਤਪ। ਹੁਣ ਜੇ ਅਸੀਂ ਗੱਲ ਕਰਦੇ ਹਾਂ, ਜੇ ਇਹ ਤਪ ਨੂੰ ਗੁਰਮਤਿ ਨੇ ਪ੍ਰਵਾਨ ਕੀਤਾ, ਹੁਣ ਇੱਕ ਬੰਦਾ ਧੂਣੀਆਂ ਤਪਾਉਂਦਾ ਹੈ, ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਹੁਣ ਇਸ ਤਪ ਦਾ ਕੀ ਅਰਥ ਹੈ? ਪਰ ਇਹ ਵੀ ਇੱਕ ਤਪ ਹੈ। ਲੋਹ ਤਪ ਰਹੀ ਹੈ, ਬੀਬੀਆਂ ਬੰਨੇ ਬੰਨੇ ਬੈਠ ਕੇ ਪ੍ਰਸ਼ਾਦਾ ਤਿਆਰ ਕਰ ਰਹੀਆਂ ਨੇ, ਸਰੀਰ 'ਚੋਂ ਪਸੀਨਾ ਨਿਕਲ ਰਿਹਾ ਹੈ, ਪਰ ਇਹ ਤਪ ਦਾ ਫਾਇਦਾ ਹੈ। ਕਿਉਂ? ਕਿਉਂਕਿ ਇਹ ਕਿਸੇ ਭੁੱਖੇ ਦੇ ਪੇਟ ਵਿੱਚ ਰੋਟੀ ਪੈਣੀ ਹੈ। ਉਹ ਬਿਨਾਂ ਵਜ੍ਹਾ ਆਪਣੇ ਸਰੀਰ ਦੇ ਉੱਤੇ ਅੱਗ ਬਾਲ ਕੇ ਬੈਠੇ ਸੀ ਆਪਣੇ ਸਰੀਰ ਦੇ ਲਾਗੇ, ਉਹਦਾ ਕੋਈ ਮਤਲਬ ਨਹੀਂ ਸੀ। ਪਰ ਇਹ ਤਪ ਗੁਰਮਤਿ ਵਿੱਚ ਪ੍ਰਵਾਨ ਹੈ। ਤੀਰਥ, ਤਪ, ਦਇਆ। ਦਇਆ ਮੀਨਿੰਗ ਪਿਆਰ ਕਰਨਾ ਕਿਸੇ ਨਾਲ, ਇਹ ਜੀਵਨ 'ਚ ਗੁਣ ਆ ਜਾਣ। ਦਇਆ, ਦਤ, ਦਾਨ। ਦਿੱਤਾ ਹੋਇਆ ਦਾਨ। ਕਿਹੜਾ ਦਾਨ? ਜਦੋਂ ਅਸੀਂ ਗੁਰਮਤਿ ਵਿੱਚ, ਵੈਸੇ ਦਾਨ ਤੇ ਦਾਤਾ ਕਰਦਾ ਹੈ, ਅਸੀਂ ਦਾਨੀ ਥੋੜ੍ਹਾ ਵਾਂ। ਅਸੀਂ ਤੇ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ, ਜਿਹੜੇ ਸਾਨੂੰ ਕੋਈ ਪੈਸਾ ਮਿਲਦਾ, ਕੋਈ ਚਾਰ ਛਿੱਲੜ ਮਿਲਦੇ ਨੇ, ਆਪਾਂ ਰਲ ਕੇ, ਤੁਸੀਂ ਵੇਖੇ ਬੜੇ ਬੜੇ ਕੋਈ ਨੌਕਰੀਆਂ ਕਰਨ ਵਾਲੇ, ਕਾਰੋਬਾਰ ਕਰਨ ਵਾਲੇ, ਖੇਤੀਬਾੜੀ ਕਰਨ ਵਾਲੇ, ਆਪ ਤੇ ਪ੍ਰਸ਼ਾਦ ਪਾਣੀ ਛਕਦੇ, ਆਪਣੇ ਆਂਢ ਗੁਆਂਢ ਦੋਸਤਾਂ ਮਿੱਤਰਾਂ ਦੀ ਬਹੁਤ ਦੂਰ ਦੂਰ ਤੱਕ ਜਾ ਕੇ ਵੀ ਹੈਲਪ ਕਰਨ ਦੀ ਉਹ ਕੋਸ਼ਿਸ਼ ਕਰਦੇ ਨੇ। ਪਰ ਕਿਹੜਾ ਦਾਨ? ਯਾਦ ਰੱਖਣਾ, ਜਦੋਂ ਗੁਣਾਂ ਦਾ ਦਾਨ ਸਾਡੇ ਕੋਲ ਆਏਗਾ, ਗੁਣਾਂ ਦੇ ਦਾਨ ਵਿੱਚੋਂ ਫਿਰ ਬੰਦਾ ਇੱਕ ਦੂਜੇ ਦੀ ਹੈਲਪ ਕਰਨ ਦੀ ਜਾਚ ਸਿੱਖਦਾ ਹੈ। ਆਪਾਂ ਪਾਤਸ਼ਾਹ ਦੀ ਬਾਣੀ ਜਦੋਂ ਪੜ੍ਹਦੇ ਹਾਂ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ।
ਉਹ ਸਭ ਨੂੰ ਦਾਨ ਦਿੰਦਾ। ਕਾਹਦਾ ਦਾਨ ਦਿੰਦਾ? ਗੁਣਾਂ ਦਾ ਦਾਨ ਦਿੰਦਾ। ਹਮ ਮੈਲੇ ਤੂੰ ਉਜੜ ਕਰਤੇ, ਮਾਰੇ ਕਹਿੰਦੇ ਹਮ ਨਿਰਗੁਣ ਤੂੰ ਦਾਤਾ। ਕਾਹਦਾ ਦਾਤਾ? ਗੁਣਾਂ ਦਾ ਦਾਤਾ। ਜਿਹਦੇ ਨਾਲ ਸਾਡੇ ਮਨ ਦੀ ਮੈਲ ਲੈ ਜਾਏ, ਮਨ ਦੀ ਮੈਲ ਲੈਂਦੀ ਹੈ ਤਾਂ ਹੀ ਬੰਦਾ ਪਰਉਪਕਾਰ ਵਾਸਤੇ ਤੁਰ ਪਾਉਂਦਾ ਹੈ। ਤੋ ਦੱਤ ਦਾਨ ਦਾ ਅਰਥ ਹੈ ਦਿੱਤਾ ਹੋਇਆ ਦਾਨ। ਜਦੋਂ ਮਾਲਕ ਵੱਲੋਂ ਸਾਨੂੰ ਗੁਣਾਂ ਦਾ ਦਾਨ ਮਿਲਦਾ ਹੈ, ਫਿਰ ਬੰਦਾ ਕੀ ਕਰਦਾ? ਆਪਣੇ ਅੰਦਰ ਦੇ ਤੀਰਥ, ਜਿਹੜਾ ਅੰਦਰ ਤੀਰਥ ਬਣਿਆ ਗੁਰੂ ਦਾ ਸ਼ਬਦ ਦਾ ਗਿਆਨ ਦਾ, ਉਹ 'ਤੇ ਇਸ਼ਨਾਨ ਵੀ ਕਰਦਾ ਹੈ। ਫਿਰ ਉਹ ਸੇਵਾ ਵੀ ਕਰਦਾ ਹੈ, ਫਿਰ ਉਹਦੇ ਅੰਦਰ ਪਿਆਰ ਵੀ ਆਉਂਦਾ ਹੈ। ਇਹ ਲੜੀ ਹੈ ਤੀਰਥ, ਤਪ, ਦਇਆ, ਦੱਤ, ਦਾਨ। ਅੱਗੇ ਕਹਿੰਦੇ ਜੇ ਕੋ ਪਾਵੈ ਤਿਲਕਾ ਮਾਨ। ਜੇ ਕਿਤੇ ਸਾਰੇ ਕੰਮ ਵਿੱਚੋਂ ਤਿਲ ਜਿੰਨੀ ਵੀ ਤੈਨੂੰ ਮਾਣ ਮਿਲ ਜਾਏ, ਤਿਲ ਜਿੰਨਾ ਵੀ ਤੈਨੂੰ ਇਹ 'ਚੋਂ ਫਾਇਦਾ ਹੋ ਜਾਏ, ਪਿਆਰਾ ਕਿੰਨੀ ਜੀਵਨ ਦੀ ਤਬਦੀਲੀ ਆਏਗੀ ਤੈਨੂੰ। ਕਿੰਨਾ ਜੀਵਨ ਤੇਰਾ ਖੂਬਸੂਰਤ। ਤਿਲ ਜਿੰਨਾ, ਤਿਲ ਹੁਣ ਕਿੰਨਾ ਕੁ? ਤਿਲ ਬਹੁਤ ਬਰੀਕ ਹੁੰਦਾ ਵੀ ਤਿਲ ਜਿੰਨਾ ਵੀ ਇਹ 'ਚੋਂ ਮਾਣ ਮਿਲ ਗਿਆ, ਯਾਨੀ ਕਿ ਇੰਨੇ ਕੰਮ ਦਾ ਤਿਲ ਜਿੰਨਾ ਵੀ ਤੈਨੂੰ ਆਤਮਿਕ ਤੌਰ 'ਤੇ ਲਾਭ ਹੋ ਗਿਆ, ਤਾਂ ਤੂੰ ਕਿੰਨਾ ਅੰਦਰੋਂ ਅਮੀਰ ਹੋਏਗਾ। ਜੇ ਤੈਨੂੰ ਤਿਲ ਜਿੰਨਾ ਵੀ ਮਾਣ ਮਿਲ ਗਿਆ ਨਾ, ਹਉਮੈ ਵਾਲਾ ਕੜ ਸੀ ਨਾ, ਉਹ ਟੁੱਟ ਜਾਣਾ। ਜਿਹੜਾ ਆਪੋਂ ਜਾਣੇ, ਜਿਹੜਾ ਤੂੰ ਆਪੋਂ ਜਾਏਗਾ ਮੈਨੂੰ ਸਾਰਾ ਪਤਾ, ਫਿਰ ਸਮਝ ਆ ਜਾਊਗੀ ਵੀ ਮੈਂ ਇਹ ਪਤਾ ਕਰਕੇ ਕੀ ਲੈਣਾ ਵੀ ਸ੍ਰਿਸ਼ਟੀ ਕਦੋਂ ਬਣੀ ਹੈ। ਮੈਂ ਤਾਂ ਇਹ ਵੇਖਾਂ ਕਿ ਮੈਂ ਆਪਣੇ ਹਿਰਦੇ ਦੀ ਸ੍ਰਿਸ਼ਟੀ ਕਿੱਦਾਂ ਤਿਆਰ ਕਰਨੀ ਹੈ, ਮੈਂ ਆਪਣੀ ਇਸ ਕਾਇਆ ਨੂੰ ਕਿੱਦਾਂ ਸਵਾਰਨਾ ਹੈ, ਜਿਹੜਾ ਨਗਰ ਹੈ ਇਹਨੂੰ ਖੂਬਸੂਰਤ ਕਿੱਦਾਂ ਬਣਾਉਣਾ ਹੈ, ਉਹ ਇਸ ਬੰਨੇ ਤੁਰੇਗਾ। ਤੋ ਪਾਤਸ਼ਾਹ ਇੱਥੇ ਕਹਿੰਦੇ ਨੇ ਤੀਰਥ, ਤਪ, ਦਇਆ, ਦੱਤ, ਦਾਨ, ਜੇ ਕੋ ਪਾਵੈ ਤਿਲਕਾ ਮਾਨ। ਜੇ ਕੋਈ ਆ ਸਾਰੇ ਕੰਮ ਵਿੱਚੋਂ ਤਿਲ ਜਿੰਨਾ ਵੀ ਮਾਨ ਪਾ ਲੈ, ਯਾਨੀ ਕਿ ਕਿੰਨਾ ਜੀਵਨ ਸੰਤੁਸ਼ਟ ਹੋਏਗਾ, ਕਿੰਨੀ ਜੀਵਨ ਉਹਦਾ ਵਧੀਆ ਬਣੇਗਾ। ਜੇ ਕੋ ਪਾਵੇ ਤਿਲਕਾ ਮਾਨ। ਫਿਰ ਕਹਿੰਦੇ ਸੁਣਿਆ, ਮੰਨਿਆ। ਹੁਣ ਆਹ ਗੁਣ ਨੇ, ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ। ਹੁਣ ਜਿਹਨੇ ਸੁਣਿਆ ਹੀ ਨਹੀਂ ਉਹ ਮੰਨੇਗਾ ਕਿੱਥੋਂ? ਜਿਵੇਂ ਹੁਣ ਵੇਖੋ ਪ੍ਰਕਰਨ ਕਿੱਦਾਂ ਤੁਰਿਆ ਆ ਰਿਹਾ। ਜਿਵੇਂ 8 ਤੋਂ ਲੈ ਕੇ 11 ਨੰਬਰ ਪੌੜੀਆਂ 'ਚ ਸੁਣਨ ਵਾਲੀ ਗੱਲ ਕੀਤੀ ਸੀ, ਫਿਰ ਅੱਗੇ ਜਾ ਕੇ 12, 13, 14, 15 'ਚ ਮੰਨਣ ਦੀ ਗੱਲ ਕੀਤੀ ਸੀ, ਫਿਰ ਅੱਗੇ 16, 17, 18, 19 ਨੰਬਰ ਪੌੜੀ 'ਚ ਗੁਰਦੇਵ ਜੀ ਨੇ ਉਸ ਕੁਦਰਤ ਤੋਂ ਬਲਿਹਾਰ ਜਾਣ ਦੀ ਗੱਲ ਕੀਤੀ ਸੀ। ਤਾਂ ਇੱਥੇ ਵੀ ਪਾਤਸ਼ਾਹ ਜੀ ਐਡੀ ਪਿਆਰੀ ਗੱਲ ਕਰੇ, ਸੁਣਿਆ। ਹੁਣ ਜਿਹਨੇ ਸੁਣਿਆ ਨਹੀਂ ਉਹ ਮੰਨਣ ਦੀ ਉਮੀਦ ਕਿੱਦਾਂ ਲਾਓਗੇ ਤੁਸੀਂ ਉਹਦੇ ਕੋਲੋਂ? ਇੱਥੇ ਕਹਿੰਦੇ ਸੁਣਿਆ, ਮੰਨਿਆ। ਹੁਣ ਜਿਹਨੇ ਸੁਣਿਆ ਹੀ ਨਹੀਂ, ਹਉਮੈ ਦੀਆਂ ਗੱਲਾਂ ਵੀ ਤਾਂ ਉਹੀ ਕਰਦਾ ਜਿਹਨੇ ਮੰਨਿਆ ਹੀ ਨਹੀਂ, ਕਿਉਂਕਿ ਅਸੀਂ ਤਾਂ ਗੁਰੂ ਦੀ ਗੱਲ ਨੂੰ ਅਜੇ ਤੱਕ ਧਿਆਨ ਨਾਲ ਸੁਣਿਆ ਹੀ ਨਹੀਂ। ਹੁਣ ਇੱਥੇ ਲਿਖਿਆ ਸੁਣਿਆ, ਮੰਨਿਆ ਅਤੇ ਮਨ ਕੀਤਾ ਭਾਉ। ਪਿਆਰ ਕਿਉਂ ਨਹੀਂ ਹੈਗਾ ਜੀਵਨ 'ਚ? ਕਿਉਂਕਿ ਜਾਂਦੇ ਹਾਂ ਗੁਰਦੁਆਰੇ, ਮੱਥਾ ਟੇਕਦੇ ਹਾਂ, ਪ੍ਰਕਰਮਾ ਕਰਦੇ ਹਾਂ, ਗੱਲ ਤਾਂ ਗੁਰੂ ਦੀ ਸੁਣਦੇ ਹੀ ਨਹੀਂ ਆਪਾਂ। ਜੇ ਆਪਾਂ ਮੋਟੀ ਜਿਹੀ ਗੱਲ ਕਰੀਏ, ਮੈਂ ਆਮ ਕਰਦਾ ਹੁੰਦਾ, ਘਰਾਂ 'ਚੋਂ ਬੀਬੀਆਂ ਬੰਦੇ ਨਮਸਕਾਰ ਕਰਨ ਜਾਂਦੇ, ਅਸੀਂ ਬਾਹਰ ਤੱਕ ਤੁਰੇ ਫਿਰਦੇ ਹਾਂ, ਅੰਦਰ ਗੁਰੂ ਸਾਹਿਬ ਦਾ ਸ਼ਬਦ ਪੜ੍ਹਿਆ ਜਾ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਉਹਦੇ ਵੱਲ ਤਾਂ ਧਿਆਨ ਹੈ ਹੀ ਨਹੀਂ। ਜੇ ਉਸ ਬੰਨੇ ਅਸੀਂ ਧਿਆਨ ਲਾਈਏ, ਕਿੰਨਿਆਂ ਨੂੰ ਇਹ ਚੇਤਾ ਰਹਿੰਦਾ ਵੀ ਅੱਜ ਮੁੱਖ ਵਾਕ ਗੁਰਦੁਆਰੇ ਕਿਹੜਾ ਆਇਆ ਸੀ? ਚੇਤਾ ਰੱਖੋ ਤੁਸੀਂ। ਘਰੋਂ ਆਪਾਂ ਜਾਂਦੇ ਹਾਂ, ਜ਼ੋਰ ਨਾਲ ਬਾਲਟੀਆਂ ਖੜਕਾਈ ਜਾਵਾਂਗੇ, ਅੰਦਰ ਭੱਜ। ਹੁਣ ਕਲਾਸ ਲੱਗੀ ਹੋਵੇ ਅਤੇ ਤੁਸੀਂ ਵੇਖੋ 500 ਬੱਚਾ ਹੁੰਦਾ ਸਕੂਲ ਦੇ ਵਿੱਚ, 1000 ਬੱਚਾ ਹੁੰਦਾ। ਜਦੋਂ ਕਲਾਸਾਂ ਲੱਗੀਆਂ ਹੁੰਦੀਆਂ ਇੰਝ ਲੱਗਦਾ ਸਕੂਲ 'ਚ ਬੱਚਾ ਹੀ ਕੋਈ ਨਹੀਂ। ਅਜੇ ਬੱਚਿਆਂ ਨੂੰ ਬਿਠਾਉਣਾ ਸਭ ਤੋਂ ਔਖਾ ਹੁੰਦਾ ਹੈ, ਪਰ ਉਹ ਟੀਚਰ ਸਿਰ ਨਹੀਂ ਝੁਕਦਾ ਉਹਨਾਂ ਟੀਚਰਾਂ ਅੱਗੇ, ਜਿਹੜੇ 60, 30, 40 ਬੱਚਿਆਂ ਨੂੰ ਐਂ ਟਿਕਾ ਕੇ ਬਿਠਾ ਕੇ ਪੜ੍ਹਾ ਰਹੇ ਨੇ, ਅਤੇ ਆਪਾਂ ਆਪਣੇ ਆਪ ਨੂੰ ਸਿਆਣੇ ਕਹਿ ਰਹੇ ਹੁੰਦੇ ਹਾਂ। ਅਤੇ ਅੰਦਰ ਬਾਲਟੀਆਂ, ਬਾਹਰ ਬਾਲਟੀਆਂ ਖੜਕੀ ਜਾਣਗੀਆਂ, ਅੰਦਰ ਭਾਈ ਸਾਹਿਬ ਪਾਠ ਕਰ ਰਹੇ ਆ। ਕਮ ਸੇ ਕਮ ਸੇਵਾ ਵੀ ਕਰੋ, ਪਰ ਜਦੋਂ ਕਲਾਸ ਲੱਗੀ ਹੈ, ਗੁਰਮਤਿ ਪੜ੍ਹੀ ਜਾ ਰਹੀ ਹੈ, ਉਦੋਂ ਗੁਰਮਤਿ ਵਾਲੇ ਬੰਨੇ ਵੀ ਧਿਆਨ ਦਿਓ। ਅਸੀਂ ਨਹੀਂ ਸੁਣਿਆ ਤਾਂ ਹੀ ਉਹ ਮੰਨਿਆ ਨਹੀਂ, ਅਤੇ ਜਦੋਂ ਸੁਣਿਆ ਹੀ ਨਹੀਂ ਮੰਨਣਾ ਕੀ ਸੀ, ਅਤੇ ਪਿਆਰ ਕਿੱਥੋਂ ਜੀਵਨ 'ਚ ਆਉਣਾ ਸੀ? ਖਿੱਚ ਨਹੀਂ ਪੈਂਦੇ ਬੰਦੇ ਉੱਥੇ। ਇਹਦਾ ਦਾਲ ਨਹੀਂ ਤੱਤੀ ਪਾਉਣ ਨੂੰ ਇੱਕ ਦੂਜੇ 'ਤੇ ਕਾਹਲੇ ਪੈ ਜਾਂਦੇ। ਕਿਉਂ? ਕਿਉਂਕਿ ਅੰਦਰ ਟਿਕਾ ਨਹੀਂ ਆਇਆ। ਸੇਵਾ ਪਰਉਪਕਾਰੇ ਜੀਵਨ 'ਚ ਸਿੱਖਣਾ ਸੀ, ਜ਼ਿੰਦਗੀ ਜਿਉਣ ਦਾ ਤਰੀਕਾ ਸਾਨੂੰ ਆਉਣਾ ਸੀ, ਜਦੋਂ ਅਸੀਂ ਇਹ ਆਪਣੀ ਜ਼ਿੰਦਗੀ 'ਚ ਗੁਣ ਲੈ ਕੇ ਆਉਂਦੇ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਫਿਰ ਕੀ ਕਰਨਾ ਸੀ? ਅੰਤਰਗਤ ਤੀਰਥ। ਹੁਣ ਉੱਤੇ ਗੱਲ ਆ ਗਈ ਸੀ ਨਾ ਤੀਰਥ ਦੀ। ਅੰਤਰਗਤ ਤੀਰਥ, ਜਿਹੜਾ ਅੰਦਰ ਤੀਰਥ ਹੈ, ਇਹ 'ਤੇ ਇਸ਼ਨਾਨ। ਅੰਤਰਗਤ ਤੀਰਥ, ਮਲ ਨਹਾਓ। ਇਹ 'ਤੇ ਮਲ ਕੇ ਨਹਾਉਣਾ ਸੀ। ਕਾਸ਼ ਕਿਸੇ ਐ ਸਰੋਵਰ 'ਤੇ ਨਹਾਉਂਦੇ ਅਸੀਂ ਜਾ ਕੇ ਸਰੋਵਰ 'ਚ ਚੁੱਭੀਆਂ ਮਾਰ ਕੇ ਰਗੜ ਕੇ ਨਹਾਉਣਾ ਸ਼ੁਰੂ ਕਰਤਾ। ਅੰਦਰ ਦੇ ਤੀਰਥ ਸਥਾਨ 'ਤੇ ਅਸੀਂ ਮਲ ਕੇ ਨਹਾਉਂਦੇ, ਮੈਲ ਲਾਉਂਦੇ। ਜਿਹੜੀ ਪਿਛਲੇ ਗੱਲ ਪੌੜੀ 'ਚ 20 ਨੰਬਰ 'ਚ ਆਈ ਹੈ, ਭਰੀਏ ਹੱਥ ਪੈਰ ਧੰਦੇ, ਇੱਥੇ ਗੱਲ ਕਹਿਤੀ ਅੰਦਰ ਦੇ ਤੀਰਥ ਸਥਾਨ 'ਤੇ ਇਸ਼ਨਾਨ ਕਰ। ਅੰਤਰਗਤ ਤੀਰਥ, ਮਲ ਨਹਾਓ। ਜਿਹੜਾ ਤੇਰੇ ਅੰਦਰ ਤੀਰਥ ਸਥਾਨ ਹੈ, ਇਹ 'ਤੇ ਇਸ਼ਨਾਨ ਕਰ। ਗੁਰ ਸਮਾਨ ਤੀਰਥ ਨਹੀਂ ਕੋਏ, ਗੁਰੂ ਵਰਗਾ ਕੋਈ ਤੀਰਥ ਸਥਾਨ ਨਹੀਂ। ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ, ਜਿਹੜੇ ਸਾਡੇ ਇਤਿਹਾਸਕ ਸਥਾਨ ਨੇ, ਵੇਖੋ ਡੇਰੇਦਾਰਾਂ ਸੰਪਰਦਾਈ ਲੋਕਾਂ ਦਾ ਆਪਣਾ ਮੰਨਣਾ, ਉਹ ਇੱਦਾਂ ਮੰਨਦੇ, ਉਹਨਾਂ ਦੀਆਂ ਬਨੌਤਾਂ ਬਿਲਕੁਲ ਵੱਖਰੀਆਂ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਾਏ ਵੀ, ਅਤੇ ਜਿਹੜੇ ਸਾਡੇ ਇਤਿਹਾਸਕ ਸਥਾਨ ਉਹਨਾਂ ਦੇ ਪ੍ਰਥਾ ਵੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਸੈਰ ਵੀ ਕਰਾਉਂਦੇ ਨੇ। ਇੱਦਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਦਾਂ ਲੰਗਰ ਰੱਖ ਕੇ ਭੋਗ। ਉਹਨਾਂ ਦਾ ਮੰਨਣਾ ਇਹ ਹੈ ਵੀ
ਇਹ ਸਤਿਕਾਰ ਹੈ ਵੀ ਅਸੀਂ ਪ੍ਰਸ਼ਾਦਾ ਤਿਆਰ ਕੀਤਾ, ਮਹਾਰਾਜ ਨੇ ਪ੍ਰਸ਼ਾਦਾ ਛਕਣਾ। ਉਹਨਾਂ ਦਾ ਮੰਨਣਾ ਇਹ ਹੈ। ਪਰ ਜਿਹਨੂੰ ਗੁਰਮਤਿ ਸਮਝੇ, ਕਹਿੰਦਾ ਨਹੀਂ ਭਾਈ, ਮੇਰਾ ਗੁਰੂ ਸ਼ਬਦ ਹੈ, ਉਹ ਭੋਜਨ ਥੋੜ੍ਹਾ ਛਕਦਾ। ਉਹ ਤਾਂ ਸਿਖਾਉਂਦਾ ਹੈ ਕਿ ਜੇ ਤੂੰ ਛਕਿਆ ਤਾਂ ਗੁਆਂਢੀ ਨੂੰ ਛਕਾ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਸਮਝਣ ਵਾਲਾ, ਉਹ ਇੱਦਾਂ ਪੇਸ਼ ਆਉਂਦਾ, ਨਹੀਂ ਮੇਰਾ ਗੁਰੂ ਕਹਿੰਦਾ ਵੀ ਸ਼ਬਦ ਹੈ ਮੇਰਾ ਗੁਰੂ। ਮੇਰੇ ਗੁਰੂ ਨੂੰ ਠੰਡ ਸਰਦੀ ਤਾਂ ਆੜੇ ਏਸੀ ਪੱਖੇ ਕੂਲਰ ਨੇ ਇਹ ਕਿੱਥੋਂ ਮਨਾਉਤ ਆਈ? ਕਿਉਂਕਿ ਅਸੀਂ ਦੇਹ ਸਮਝ ਲਿਆ, ਅਸੀਂ ਬੋਡੀ ਸਮਝ ਲਿਆ ਵੀ ਦੇਹ ਹੈ। ਜਿਵੇਂ ਸਾਨੂੰ ਭੁੱਖ ਲੱਗਦੀ ਹੈ, ਜਿਵੇਂ ਸਾਨੂੰ ਪਿਆਸ ਲੱਗਦੀ ਹੈ, ਜਿਵੇਂ ਅਸੀਂ ਇਸ਼ਨਾਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਵੀ ਇੰਝ ਹੀ ਹੈ। ਗੁਰੂ ਗ੍ਰੰਥ ਸਾਹਿਬ ਸ਼ਬਦ ਨੇ, ਗਿਆਨ ਹੈ ਭਾਈ, ਉਹਨੂੰ ਸਮਝਣ ਦੀ ਲੋੜ ਸੀ। ਗੁਰੂ ਗ੍ਰੰਥ ਸਾਹਿਬ ਤਾਂ ਸਿਖਾਉਂਦੇ ਨੇ ਵੀ ਜੇ ਤੂੰ ਏਸੀ 'ਚ ਬੈਠਾ ਹੈ, ਜੇ ਤੂੰ ਪੱਖੇ 'ਚ ਬੈਠਾ ਹੈ, ਤੇਰੇ ਕੋਲ ਕੂਲਰ ਹੈ, ਅਤੇ ਜੇ ਤੇਰੇ ਕੋਲ ਸੱਚੀ ਸੇਵਾ ਹੈ ਨਾ, ਤੂੰ ਮੈਨੂੰ ਏਸੀ ਪੱਖਾ ਲਾਉਣ ਦੀ ਬਜਾਏ ਨਾ ਇਹ ਵੇਖ ਵੀ ਕੋਈ ਗਰੀਬ ਤਾਂ ਨਹੀਂ ਮੱਛਰ ਲੜਾ ਰਿਹਾ, ਉਹਨੂੰ ਜ਼ਰੂਰਤ ਹੈ, ਉਹਦੀ ਹੈਲਪ ਕਰਦੇ। ਤੂੰ ਮੇਰੇ ਵੱਲ ਜੋ ਲੈ ਕੇ ਆ ਰਿਹਾ ਰੁਮਾਲਾ ਵੀ ਮੈਂ ਇਹ ਸੇਵਾ ਕਰਾਂ, ਰੁਮਾਲਿਆਂ ਦੇ ਤਾਂ ਪਹਿਲਾਂ ਢੇਰ ਲੱਗੇ ਪਏ ਨੇ। ਸਿੱਖਣਾ ਮੈਂ ਸੀ, ਪਰ ਸੰਪਰਦਾਇ ਡੇਰੇਦਾਰ ਦਾ ਮੰਨਣਾ ਵੱਖਰਾ। ਉਹ ਏਸੀ ਵੀ ਲਾ ਰਿਹਾ, ਉਹ ਪੱਖੇ, ਸਰਦੀ ਹੁੰਦਾ ਤੇ ਕੰਬਲ ਦਿੰਦਾ, ਗਰਮੀ ਹੁੰਦੇ ਤੇ ਫਿਰ ਪਤਲੇ ਰੁਮਾਲੇ ਦੇ ਕੇ ਤੇ ਏਸੀ ਪੱਖਾ ਵੀ ਚਲਾਉਂਦਾ। ਤੋ ਗੱਲ ਸਮਝਿਓ, ਉਹਨਾਂ ਦਾ ਮੰਨਣਾ ਆਪਣਾ। ਇੱਦਾਂ ਤੀਰਥ ਸਥਾਨਾਂ ਬਾਰੇ ਵੀ ਉਹਨਾਂ ਦਾ ਮੰਨਣਾ ਬਿਲਕੁਲ ਡਿਫਰੈਂਟ ਹੈ। ਉਹ ਕਹਿੰਦੇ ਇੱਥੇ ਨਹਾਓ, ਇਹ ਤੋਂ ਦੁੱਧ ਲੈ ਜਾਓ, ਇੱਥੋਂ ਪੁੱਤ ਲੈ ਜਾਓ। ਪਰ ਜਿਹੜਾ ਗੁਰਮਤ ਦੀ ਜਦੋਂ ਪੱਖ ਤੋਂ ਅਸੀਂ ਵੇਖਣਾ, ਉੱਥੋਂ ਅਸੀਂ ਗੁਰਮਤ ਨੂੰ ਸਮਝਣ ਵਾਲਾ ਜਿਹੜਾ ਬੰਦਾ ਹੈ, ਉਹਦੀ ਸੋਚ ਬਿਲਕੁਲ ਡਿਫਰੈਂਟ ਹੈ। ਉਹ ਕਹਿੰਦਾ ਜਿਹੜੇ ਸਾਡੇ ਅਸੀਂ ਗੁਰ ਸਥਾਨ ਜਿਹੜੇ ਇਹਨਾਂ ਦੀ ਇਹ ਕਿਸ ਵਾਸਤੇ ਬਣਾਏ ਸੀ? ਇੱਕ ਤਾਂ ਪਾਣੀ ਦੀ ਲੋੜ ਸੀ, ਦੂਜਾ ਇਹ ਇਸ ਵਾਸਤੇ ਬਣਾਏ ਸੀ ਵੀ ਨਹਾ ਕੇ ਕੋਈ ਬੰਦਾ ਆਪਣੀ ਜ਼ਿੰਦਗੀ ਜਿਹੜੇ ਵਹਿਮ ਕਰਦੇ ਸੀ ਕਿ ਮੈਂ ਉੱਚੀ ਜਾਤ ਦਾ, ਉਹ ਨੀਵੀਂ ਜਾਤ ਦਾ, ਯਾਨੀ ਕਿ ਇਕੱਠੇ ਬੈਠ ਕੇ ਇੱਕ ਥਾਂ 'ਤੇ ਇਸ਼ਨਾਨ ਕਰ ਸਕਣ। ਅਸੀਂ ਦੋਵੇਂ ਚੀਜ਼ਾਂ ਆਪਣੇ 'ਚ ਵਸਾਰਤੀਆਂ। ਅੱਜ ਨਹਾਉਣ ਤੋਂ ਬਾਅਦ ਵੀ ਬੰਦਾ ਆਪਣੀ ਜਾਤ ਪਾਤ ਉੱਦਾਂ ਹੀ ਚੱਕੀ ਫਿਰਦਾ। ਮੈਂ ਜੱਟ ਹਾਂ, ਮੈਂ ਭਾਪਾ ਹਾਂ, ਮੈਂ ਰੋੜਾ ਹਾਂ, ਮੈਂ ਖੱਤਰੀ ਹਾਂ, ਮੈਂ ਫਲਾਣੀ ਜਾਤ ਦਾ, ਤੂੰ ਫਲਾਣੀ ਜਾਤ ਦਾ, ਤੂੰ ਨੀਵਾਂ ਹੈ, ਮੈਂ ਤੇਰੇ ਤੋਂ ਉੱਚਾ ਹਾਂ। ਅਤੇ ਉਹ ਮਤਲਬ ਜਿਸ ਮਕਸਦ ਲਈ ਬਣੇ ਸੀ, ਉਹ ਤਾਂ ਅਸੀਂ ਭੁਲਾ ਕੇ ਪਾਸੇ ਕਰ ਦਿੱਤੇ। ਖੈਰ, ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਮੰਨ ਲਓ ਕੱਲ੍ਹ ਨੂੰ ਬਹੁਤ ਵੀਰ ਸਾਡੇ ਬਾਹਰਲੀਆਂ ਕੰਟਰੀ 'ਚ ਜਿਨ੍ਹਾਂ ਨੂੰ ਇੱਥੇ ਇੰਡੀਆ ਗੌਰਮੈਂਟ ਵੀਜ਼ਾ ਨਹੀਂ ਦੇ ਰਹੀ, ਉਹ ਨਹੀਂ ਆ ਰਹੇ ਅਤੇ ਸ਼ਾਇਦ ਕਦੀ ਨਹੀਂ ਆ ਸਕਣਗੇ। ਹੁਣ ਜੇ ਤਾਂ ਆਪਾਂ ਇਹ ਕਹੀਏ ਵੀ ਜਿਵੇਂ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ, ਅੰਮ੍ਰਿਤਸਰ ਸਤਿਗੁਰ ਸਤ ਨਾਤੀ ਜਿਤ ਨਾਤੇ ਕਊਆ ਹੰਸੋ ਹੋਏ, ਜੇ ਤਾਂ ਆਪਾਂ ਇਸ ਸਰੋਵਰ ਦੀ ਗੱਲ ਕਰੀਏ, ਭਾਵੇਂ ਉਹ ਕੋਈ ਵੀ ਹੋਵੇ, ਫਿਰ ਇਸ ਸਰੋਵਰ 'ਤੇ ਇਸ਼ਨਾਨ ਕਰਨ ਤੋਂ ਸਰਕਾਰਾਂ ਨੇ ਤਾਂ ਰੋਕ ਲਿਆ। ਕਿੱਦਾਂ? ਕਿਉਂਕਿ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ, ਉਹ ਕਦੇ ਵੀ ਇਸ ਸਰੋਵਰ 'ਤੇ ਆਣ ਕੇ ਇਸ਼ਨਾਨ ਨਹੀਂ ਕਰ ਸਕਦੇ। ਪਰ ਜਿਹੜੇ ਸਰੋਵਰ 'ਤੇ ਇਸ਼ਨਾਨ ਕਰਨ ਲਈ ਸਾਨੂੰ ਗੁਰਮਤਿ ਕਹਿ ਰਹੀ ਹੈ, ਉਹ ਅੰਤਰਗਤ ਤੀਰਥ ਮਲ ਨਾ ਉਹ ਤਾਂ ਜੇਲ੍ਹ 'ਚ ਬੈਠਾ ਸਾਡਾ ਭਰਾ ਵੀ ਉਸ ਸਰੋਵਰ 'ਤੇ ਇਸ਼ਨਾਨ ਕਰ ਸਕਦਾ। ਉਹ ਕਾਹਦਾ? ਉਹ ਸ਼ਬਦ ਦਾ ਹੈ, ਉਹ ਅੰਦਰ ਹੈ। ਅੰਦਰ ਜਿਹੜਾ ਤੀਰਥ ਸਥਾਨ ਹੈ, ਉਹ ਤੋਂ ਇਸ਼ਨਾਨ ਕਰਨ ਵਾਸਤੇ ਦੁਨੀਆ ਦੀ ਕੋਈ ਸਰਕਾਰ, ਕੋਈ ਤਾਕਤ ਸਾਨੂੰ ਰੋਕ ਨਹੀਂ ਸਕਦੀ। ਹੁਣ ਮੰਨ ਲਓ ਇੱਕ ਭਰਾ ਸਾਡਾ ਅਮਰੀਕਾ ਬੈਠਾ ਹੈ, ਕੋਈ ਕੈਨੇਡਾ ਬੈਠਾ ਹੈ, ਕੋਈ ਇਟਲੀ ਬੈਠਾ ਹੈ, ਕੋਈ ਜਾਪਾਨ ਬੈਠਾ ਹੈ, ਕੋਈ ਫਰਾਂਸ ਬੈਠਾ ਹੈ, ਕੋਈ ਜਰਮਨ ਬੈਠਾ, ਕਿਸੇ ਕੰਟਰੀ 'ਚ ਵੀ ਬੈਠਾ ਹੈ। ਮੰਨ ਲਓ ਪੰਜਾਬ ਨਹੀਂ ਆ ਸਕਦਾ ਇੱਥੇ ਇਸ ਸਰੋਵਰ 'ਤੇ ਇਸ਼ਨਾਨ ਕਰਨ ਤੋਂ ਤਾਂ ਬਾਗੀ ਰਹਿ ਗਿਆ ਨਾ, ਵਿਚਾਰਾ ਉੱਦਾਂ ਹੀ ਚਲਾ ਗਿਆ। ਪਰ ਬਾਣੀ ਦੇ ਮੁਤਾਬਕ ਜਿਹੜਾ ਅੰਤਰਗਤ ਤੀਰਥ ਮਲ ਲਾਓ, ਜਿੱਥੇ ਉਹਨੇ ਇਸ਼ਨਾਨ ਕਰਨਾ, ਦੁਨੀਆ ਦੀ ਕੋਈ ਸਰਕਾਰ ਉਸ ਤੀਰਥ ਸਥਾਨ 'ਤੇ ਇਸ਼ਨਾਨ ਕਰਨ ਨੂੰ ਉਹਨੂੰ ਰੋਕ ਨਹੀਂ ਸਕਦੀ। ਸਾਡੇ ਕਈ ਭਰਾ ਜੇਲ੍ਹਾਂ 'ਚ ਨੇ ਜਿਨ੍ਹਾਂ ਨੂੰ ਬਾਹਰ ਆਉਣ ਦੀ ਆਗਿਆ ਹੀ ਨਹੀਂ। ਬਾਣੀ ਦੇ ਮੁਤਾਬਕ ਤੇ ਉਹ ਆਪਣੇ ਅੰਦਰ ਤੀਰਥ ਸਥਾਨ 'ਤੇ ਰੋਜ਼ ਇਸ਼ਨਾਨ ਕਰ ਰਹੇ ਆ ਨਾ। ਤਾਂ ਗੁਰੂ ਸਾਹਿਬ ਨੇ ਉਹ ਸਥਾਨ ਦਿੱਤਾ ਸੀ ਜਿਹੜਾ ਕਿਸੇ ਕੰਟਰੀ, ਕਿਸੇ ਦੇਸ਼ ਦੇ ਹੱਦ ਬੰਨੇ 'ਚ ਨਹੀਂ ਸੀ, ਹਰ ਬੰਦੇ ਦੇ ਅੰਦਰ ਸੀ। ਜੇ ਸਾਡਾ ਬਾਬਾ ਸਾਰਿਆਂ ਦਾ ਬਾਬਾ ਹੈ, ਤਾਂ ਫਿਰ ਉਸ ਸਥਾਨ ਵੀ ਤਾਂ ਉਹ ਬਣਾਏਗਾ ਨਾ ਜਿਹੜਾ ਸਾਰਿਆਂ ਦੇ ਕੰਮ ਆ ਸਕੇ। ਉਹ ਬੰਦਿਆ ਤੇਰੇ ਅੰਦਰ ਹੈ। ਬਸ ਚੇਤਾ ਇਹ ਰੱਖਣਾ, ਜਦੋਂ ਅਸੀਂ ਇਹ ਕਹਿੰਦੇ ਜਹਰ ਪੀਰ ਜਗਤ ਗੁਰ ਬਾਬਾ, ਜੇ ਸਾਡਾ ਬਾਬਾ ਸਾਰਿਆਂ ਦਾ ਬਾਬਾ ਹੈ, ਅਤੇ ਫਿਰ ਉਸ ਬਾਬੇ ਨੂੰ ਮਿਲਣ ਲੱਗਿਆਂ ਹੱਦ ਬੰਨੀਆਂ ਕਿੱਦਾਂ ਹੋਣਗੀਆਂ? ਫਿਰ ਕੋਈ ਸਰਕਾਰ ਕਿੱਦਾਂ ਰੋਕ ਪਾਏਗੀ? ਉਹ ਬਾਬਾ ਸਮਝਾਉਂਦਾ ਹੈ ਅੰਤਰਗਤ ਤੀਰਥ। ਇਹ ਉਸੇ ਬਾਬੇ ਦੀ ਬਾਣੀ ਜਿਹਨੂੰ ਭਾਈ ਗੁਰਦਾਸ ਨੇ ਕਿਹਾ ਜਹਰ ਪੀਰ ਜਗਤ ਗੁਰ ਬਾਬਾ। ਇਸ ਗੱਲ ਨੂੰ ਸਮਝਿਓ, ਅੰਤਰਗਤ ਤੀਰਥ ਮਲ ਨਹਾਓ। ਆਪਣੇ ਅੰਦਰ ਤੀਰਥ ਦੇ ਉੱਤੇ ਮਲ ਕੇ ਨਹਾਉਣਾ। ਜਿਹੜਾ ਅੰਦਰ ਤੀਰਥ ਹੈ ਨਾ, ਤੀਰਥ ਨਹਾਵਣ ਜਾਓ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਉਹਦਾ ਅੰਦਰ ਤੀਰਥ ਹੈ ਨਾ, ਅੰਦਰ ਗੁਰੂ ਦੇ ਸ਼ਬਦ ਨੂੰ ਸਮਝਣਾ, ਵਿਚਾਰਨਾ। ਜਿਉਂ-ਜਿਉਂ ਸ਼ਬਦ ਦੀ ਵਿਚਾਰ ਕਰਦਾ ਜਾਏਗਾ ਤੇ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾਵੇਂ ਕਰਾਂਗੇ। ਤੋ ਪਾਤਸ਼ਾਹ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਹਾਓ, ਇਹਦੇ ਉੱਤੇ ਮਲ ਮਲ ਕੇ ਇਸ਼ਨਾਨ ਕਰਨਾ ਸੀ। ਕਹਿੰਦੇ ਸਭ ਗੁਣ ਤੇਰੇ ਮਲ ਗਏ। ਜਦੋਂ ਮੈਂ ਨਹਾਤਾ ਨਾ, ਜਦੋਂ ਮੈਂ ਮਲ ਮਲ ਕੇ ਨਹਾਤਾ, ਹੁਣ ਜਦੋਂ ਆਪਾਂ ਕਿਸੇ ਬੱਚਾ ਲਿਬੜਿਆ ਹੋਵੇ, ਉਹਨੂੰ ਜਦ ਮਲ ਕੇ ਨਵਾਈਏ ਤਾਂ ਥੱਲੇ ਸੋਹਣਾ ਬੱਚਾ ਨਿਕਲ ਆਉਂਦਾ। ਜਦੋਂ ਆਪਾਂ ਬੱਚਾ ਲਿਬੜਿਆ ਹੋਵੇ, ਮਿੱਟੀ ਘੱਟੇ ਨਾਲ ਆਪਾਂ ਜਦੋਂ ਨਵਾ ਦਈਏ, ਮਾਂ ਨਵਾ ਦਿੰਦੀ ਉਹਨੂੰ, ਤਾਂ ਇਹ ਸਾਰਿਆਂ ਦਾ ਨਹੀਂ ਉਹਨੂੰ ਜੱਫੀਆਂ ਪਾਉਣ ਨੂੰ ਬੱਚੇ ਨੂੰ ਜੀ ਕਰਦਾ। ਇੱਦਾਂ ਜਦੋਂ ਮਨ ਮੈਲ ਨਾਲ ਭਰਿਆ ਸੀ, ਜਦੋਂ ਅੰਦਰ ਮੈਂ ਮਲ ਕੇ ਨਹਾਤਾ, ਅਤੇ ਫਿਰ ਸਮਝ ਆ ਗਈ ਥੱਲੇ ਗੁਣ ਨਿਕਲੇ। ਫਿਰ ਕੀ ਆਖਿਆ? ਸਭ ਗੁਣ ਤੇਰੇ।
ਮਹਾਰਾਜ ਸਾਰੇ ਗੁਣ ਹੀ ਤੁਹਾਡੇ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ, ਮੈਂ ਤਾਂ ਕੁਝ ਵੀ ਨਹੀਂ ਹੈਗਾ। ਹੁਣ ਜਦੋਂ ਮੈਂ ਹੈ ਹੀ ਨਹੀਂ ਤਾਂ ਫਿਰ ਹਉਮੈ ਕਹੇ ਨਾ ਕੋਈ ਵਾਲੀ ਗੱਲ ਕਿੱਥੇ ਆਏਗੀ? ਫਿਰ ਹਉਮੈ ਤਾਂ ਉਹੀ ਕਹੇਗਾ ਨਾ ਜਿਹਨੇ ਗੁਣਾਂ ਨਾਲ ਸਾਂਝ ਨਹੀਂ ਪਾਈ। ਅੱਜ ਹਉਮੈ ਵਾਲੀ ਬੋਲੀ ਉਹੋ ਹੀ ਬੋਲਦਾ, ਮੈਂ ਆ, ਮੈਂ ਇੱਦਾਂ ਕੀਤਾ, ਜੋ ਮੈਂ ਕੀਤਾ ਦੂਜਾ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੇ ਆਪਣੇ ਅੰਦਰਲੇ ਤੀਰਥ ਸਥਾਨ 'ਤੇ ਅਜੇ ਤੱਕ ਇਸ਼ਨਾਨ ਨਹੀਂ ਕੀਤਾ। ਜਦੋਂ ਉਹਨੇ ਅੰਦਰ ਇਸ਼ਨਾਨ ਕਰ ਲਿਆ, ਫਿਰ ਅੰਦਰੋਂ ਆਵਾਜ਼ ਆਈ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ ਵਿਣ ਗੁਣ ਕੀਤੇ। ਮਹਾਰਾਜ ਮੈਨੂੰ ਸਮਝ ਆ ਗਈ ਆ, ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋਣੀ, ਬਿਨਾਂ ਗੁਣਾਂ ਤੋਂ ਗੱਲ ਤੇ ਬਣਨੀ ਨਹੀਂ ਹੈ। ਵਿਣ ਗੁਣ ਕੀਤੇ ਭਗਤ, ਕਿਉਂਕਿ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਭਗਤੀ। ਮੈਂ ਪਹਿਲਾਂ ਵੀ ਦੱਸ ਚੁੱਕਾ, ਜਦੋਂ ਤੱਤੇ ਨੂੰ ਸਿਹਾਰੀ ਆਉਂਦਾ ਇਸਤਰੀ ਲਿੰਗ ਸ਼ਬਦ, ਇਬਾਦਤ, ਭਗਤੀ, ਸਿਮਰਨ। ਜਦੋਂ ਤੱਤੇ ਨੂੰ ਔਂਕੜ ਆਉਂਦਾ ਇੱਕ ਵਚਨ ਪੁਲਿੰਗ, ਇੱਕ ਭਗਤ ਦੀ ਗੱਲ ਹੈ। ਜਦੋਂ ਤੱਤਾ ਮੁਕਤ ਆਏਗਾ ਉੱਥੇ ਬਹੁਤੇ ਭਗਤਾਂ ਦੀ ਗੱਲ ਹੈ। ਜਿਵੇਂ ਆਪਾਂ ਪਿੱਛੇ ਪੜ੍ਹਿਆ ਅਸੰਖ ਭਗਤ ਗੁਣ ਗਿਆਨ ਵਿਚਾਰ, ਉੱਥੇ ਭਗਤ ਦੇ ਤੱਤੇ ਨੂੰ ਕੋਈ ਮਾਤਰਾ ਨਹੀਂ, ਤੁਸੀਂ ਪੜ੍ਹ ਲਿਓ ਭਾਵੇਂ ਪਿਛਲੀਆਂ ਪੌੜੀਆਂ 'ਚ। ਅਸੰਖ ਭਗਤ ਗੁਣ ਗਿਆਨ ਵਿਚਾਰ, ਜਿਹੜੀ ਜਦੋਂ ਆਪਾਂ ਪਿਛਲੀਆਂ ਪੌੜੀਆਂ 'ਚ ਪਾਠ ਕੀਤਾ ਹੈ ਨਾ 17 ਨੰਬਰ ਪੌੜੀ 'ਚ, ਉੱਥੇ ਅਸੰਖ ਭਗਤ ਗੁਣ ਗਿਆਨ ਵਿਚਾਰ, ਭਗਤ ਦੇ ਤੱਤੇ ਨੂੰ ਕੋਈ ਮਾਤਰਾ ਨਹੀਂ, ਕਿਉਂਕਿ ਬਹੁਤੇ ਭਗਤਾਂ ਦੀ ਗੱਲ ਹੈ ਵੀ ਅਸੰਖ ਭਗਤ ਨੇ। ਜਦੋਂ ਤੱਤੇ ਨੂੰ ਔਂਕੜ ਹੈਗਾ ਇੱਕ ਵਚਨ ਪੁਲਿੰਗ, ਇੱਕ ਭਗਤ ਦੀ ਗੱਲ ਹੈ। ਇੱਥੇ ਤੱਤੇ ਨੂੰ ਸਿਹਾਰੀ ਹੈ। ਹੁਣ ਪੜ੍ਹਿਆ ਆਪਾਂ ਤਿੰਨਾਂ ਨੂੰ ਭਗਤੀ ਹੈ, ਤਿੰਨਾਂ ਨੂੰ ਭਗਤੀ ਪੜਾਂਗੇ, ਨਾ ਸਿਹਾਰੀ ਬੋਲਣ ਚਾਹੁੰਦੀ ਹੈ, ਨਾ ਔਂਕੜ ਬੋਲਣ ਚਾਹੁੰਦਾ ਹੈ। ਉਹ ਸਿਰਫ ਅਰਥ ਵਾਸਤੇ ਸਮਝ ਆ ਜਾਏ ਸਾਨੂੰ। ਤੋ ਖੈਰ ਇਹ ਵਿਆਕਰਨ ਨੁਕਤੇ ਨੇ, ਜਦੋਂ ਅਸੀਂ ਬਾਣੀ ਦੇ ਸਾਗਰ ਚੁੱਭੀਆਂ ਮਾਰਾਂਗੇ ਪਿਆਰਿਓ, ਸਾਨੂੰ ਸਮਝ ਆਉਂਦੀ ਜਾਏਗੀ। ਤੋ ਇੱਥੇ ਪਾਤਸ਼ਾਹ ਜੀ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ। ਮਾਲਕ ਜੀ ਹੁਣ ਮੈਨੂੰ ਸਮਝ ਆ ਗਈ ਹੈ, ਜਦੋਂ ਤੱਕ ਮੈਂ ਆਪਣੀ ਜ਼ਿੰਦਗੀ 'ਚ ਗੁਣ ਪ੍ਰਗਟ ਨਹੀਂ ਕਰਦਾ, ਇਹ ਨਹੀਂ ਆਖਿਆ ਇਹ ਗੁਣ ਮੈਂ ਪ੍ਰਗਟ ਕਰਨੇ ਹੈਗੇ ਨੇ, ਇਹਨਾਂ ਗੁਣਾਂ ਨੂੰ ਮੈਂ ਪ੍ਰਗਟ ਕਰਨਾ। ਵਿਣ ਗੁਣ ਕੀਤੇ ਭਗਤ ਨਾ ਹੋਏ, ਤੇ ਫਿਰ ਜਦੋਂ ਅੰਦਰ ਗੁਣ ਪ੍ਰਗਟ ਹੋ ਗਏ ਨਾ, ਫਿਰ ਆਵਾਜ਼ ਆਏਗੀ ਸਵਸਤ। ਸਵਸਤ ਦਾ ਅਰਥ ਕੀ? ਤੇਰੀ ਜੈ ਹੋਵੇ। ਕਿੱਥੇ ਭਲਾ? ਅੰਦਰ ਹਿਰਦੇ 'ਚ ਜੈ ਹੋਵੇ। ਤੇ ਜਦੋਂ ਹਿਰਦੇ 'ਚ ਜੈ ਹੋਣ ਲੱਗ ਪਈ, ਹਿਰਦੇ 'ਚ ਉਹਨੂੰ ਵੱਡਾ ਕਹਿਣ ਲੱਗ ਪਿਆ, ਤੇ ਫਿਰ ਪਿਆਰੇ ਅੰਦਰ ਹਉਮੈ ਹੋਏਗੀ। ਜਦੋਂ ਮੈਂ ਵਡਿਆਈ ਉਹਦੀ ਕਰਨ ਲੱਗ ਪਿਆ, ਫਿਰ ਮੈਂ ਥੋੜ੍ਹਾ ਮੈਂ ਆਹ ਕੀਤਾ। ਸਵਸਤ ਆਥ ਮਾਇਆ, ਜਦੋਂ ਅੰਦਰ ਜੈ ਹੋਣ ਲੱਗ ਪਈ, ਫਿਰ ਮਾਇਆ ਨੇ ਅੰਦਰ ਕਿੱਥੋਂ ਟਿਕਣਾ? ਮਾਇਆ ਮੈਨੂੰ ਵਿਸ਼ੇ ਵਿਕਾਰ, ਮਾੜੀ ਸੋਚ ਕਿੱਥੋਂ ਟਿਕੇਗੀ? ਸਵਸਤ ਆਥ ਬਾਣੀ ਬਰਮਾਓ। ਇਹ ਕਦੋਂ ਕਰ ਟੁੱਟੂਗਾ? ਜਦੋਂ ਬਾਣੀ ਬਰਮਾਓ ਮੈਨੂੰ ਬ੍ਰਹਮਾਓ, ਜਿਹੜਾ ਮੇਰਾ ਮਾਲਕ ਵੱਡਾ ਸਾਹਿਬ ਹੈ, ਜਦੋਂ ਉਹਦੀ ਬਾਣੀ ਮੇਰੇ ਅੰਦਰ ਵਸੇਗੀ, ਮੇਰੇ ਅੰਦਰ ਆਣ ਕੇ ਟਿਕੇਗੀ, ਤਾਂ ਜੀਵਨ ਖੂਬਸੂਰਤ ਬਣ ਜਾਏਗਾ। ਬਾਣੀ 'ਚ ਤਾਂ ਆਖਿਆ ਸੀ ਨਾ, ਗੁਰ ਕੀ ਮੱਤ ਤੂੰ ਲੈ ਏ ਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੋ ਕਿੰਨੀ ਪਿਆਰੀ ਗੱਲ ਸਮਝਾਈ ਸਤਿਗੁਰ ਨੇ, ਆਹ ਜੀਵਨ ਦੇ ਨੁਕਤੇ ਸਮਝਾਏ। ਸਵਸਤ ਆਥ ਬਾਣੀ ਬਰਮਾਓ, ਤੇ ਅੱਗੇ ਪਾਤਸ਼ਾਹ ਕਹਿੰਦੇ ਸਤ ਸੁਹਾਣ। ਸਤ ਸਦੀਵ ਰਹਿਣ ਵਾਲਾ, ਸੁਹਾਣ ਸੋਹਣਾ ਖੂਬਸੂਰਤ। ਸਤ ਸੁਹਾਣ ਸਦਾ ਮਨ ਚਾਓ, ਜਿਹਦੇ ਆਪਣੇ ਮਨ ਵਿੱਚ ਸਦਾ ਚਾਹ ਹੈ। ਜੇ ਮੇਰਾ ਮਾਲਕ ਸਦਾ ਖੇੜੇ 'ਚ ਰਹਿੰਦਾ, ਤੇ ਜਦੋਂ ਮੇਰੇ ਅੰਦਰ ਪ੍ਰਗਟ ਹੋਏਗਾ, ਤੇ ਮੈਂ ਕਿਉਂ ਨਾ ਖੇੜੇ 'ਚ ਰਵਾਂਗਾ? ਫਿਰ ਨਾਨਕ ਭਗਤਾਂ ਸਦਾ ਵਿਗਾਸ। ਅੱਜ ਖੇੜਾ ਕਿਉਂ ਨਹੀਂ ਹੈਗਾ ਬੰਦੇ ਕੋਲ? ਅੱਜ ਬੰਦੇ ਕੋਲ ਖੁਸ਼ੀ ਕਿਉਂ ਨਹੀਂ ਹੈਗੀ? ਕਿਉਂਕਿ ਅੱਜ ਅੰਦਰ ਆਇਆ ਨਹੀਂ ਉਹ। ਜਦੋਂ ਅੰਦਰ ਆਣ ਕੇ ਵਸ ਗਿਆ। ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ, ਤੁਸੀਂ ਕਦੇ ਤਜਰਬਾ ਕਰਿਓ, ਤੁਹਾਡੇ ਲਾਗੇ ਖਾਲੀ ਪਲਾਟ ਪਿਆ ਨਾ, ਆਪਾਂ ਆਪਣੇ ਕਈ ਵਾਰੀ ਘਰ ਦੀ ਸਾਰੀ ਸਫਾਈ ਕਰਕੇ ਨਾ ਕੂੜਾ ਕਰਕਟ ਉੱਥੇ ਸੁੱਟ ਆਉਂਦੇ ਹਾਂ, ਅਤੇ ਉਹ ਢੇਰ ਲੱਗ ਜਾਂਦਾ। ਸਮਾਂ ਪਾ ਕੇ ਜਿਸ ਬੰਦੇ ਦਾ ਉਹ ਖਾਲੀ ਪਲਾਟ ਸੀ, ਉਹਨੇ ਲਿਆ ਕੇ ਉਹ ਕੂੜਾ ਕਰਕਟ ਉੱਥੋਂ ਚੁਕਾ ਕੇ ਆਪਣੀ ਕੋਠੀ ਪਾਉਣੀ ਸ਼ੁਰੂ ਕਰਤੀ। ਹੌਲੀ ਹੌਲੀ ਸਾਲ 2 ਸਾਲਾਂ 'ਚ ਉਹ ਕੋਠੀ ਬਣ ਗਈ। ਅਸੀਂ ਪਹਿਲੇ ਭੁਲੇਖੇ ਆਪਣੇ ਘਰ ਦੀ ਸਫਾਈ ਕਰਕੇ ਫਿਰ ਕੂੜਾ ਕਰਕਟ ਉੱਥੇ ਸੁੱਟਣ ਜਾਈਏ, ਉਹ ਸੁੱਟਣ ਦੇਵੇਗਾ ਜਿਵੇਂ ਅਸੀਂ ਪਹਿਲਾਂ ਸੁੱਟਦੇ ਸੀ? ਉਹ ਰੋਕੇਗਾ, ਕਹੇਗਾ ਭਰਾਵਾ ਤੂੰ ਪਹਿਲਾਂ ਸੁੱਟਦਾ ਰਿਹਾ 2 4 10 ਸਾਲ। ਕਿਉਂ? ਕਿਉਂਕਿ ਉਦੋਂ ਮੈਂ ਨਹੀਂ ਸੀ ਇੱਥੇ ਹੈਗਾ। ਹੁਣ ਮੈਂ ਇਸ ਘਰ ਦਾ ਮਾਲਕ ਆ ਗਿਆ, ਪਲਾਟ ਦਾ ਮਾਲਕ ਆ ਗਿਆ, ਇੱਥੇ ਹੁਣ ਤੂੰ ਕੂੜਾ ਕਰਕਟ ਨਹੀਂ ਸੁੱਟ ਸਕਦਾ। ਇੱਦਾਂ ਵਾਲਾ ਹਿਰਦਾ ਹੈ ਨਾ ਸਾਡਾ, ਹਿਰਦੇ ਦੀ ਧਰਤੀ ਦਾ ਪਲਾਟ ਹੈ। ਇੱਥੇ ਮਾਲਕ ਹੈ ਨਹੀਂ ਗਾ, ਜਿਹੜਾ ਮਰਜ਼ੀ ਕੋਈ ਇੱਧਰੋਂ 4 ਗੱਲਾਂ ਕੂੜਾ ਕਰਕਟ ਸੁੱਟੀ ਜਾਂਦਾ। ਜਦੋਂ ਆਵਾਜ਼ ਆਈ ਨਸ ਵੰਝੋ ਭੱਜੋ, ਕਿਲ ਵੇਖੋ, ਕਰਤਾ ਘਰ ਆਇਆ। ਹੁਣ ਕਰਤਾ ਘਰ ਆ ਗਿਆ, ਹੁਣ ਭੱਜੋ, ਇੱਥੇ ਗੰਦਗੀ ਨਹੀਂ ਪੈਣ ਦੇਣੀ। ਹੁਣ ਇੱਥੇ ਕੋਈ ਹੁਣ ਸਵਸਤ ਆਤ ਬਾਣੀ ਬਰਮਾਓ, ਤੇ ਸਤ ਸੁਹਾਣ ਸਦਾ ਮਨ ਚਾਓ। ਜਦੋਂ ਅੰਦਰ ਆਣ ਕੇ ਉਹ ਵਸ ਗਿਆ, ਤੇ ਚਾਅ ਤੇ ਹੋਏਗਾ, ਫਿਰ ਖੇੜਾ ਫਿਰ ਤੇ ਸਦਾ ਵਿਕਾਸ ਵਿੱਚ ਰਹੇਗਾ। ਸਤ ਸੁਹਾਣ ਸਦਾ ਮਨ ਚਾਓ। ਤੇ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਜ਼ਿੰਦਗੀ 'ਚ ਖੇੜਾ ਆ ਗਿਆ, ਤੂੰ ਇਹਨਾਂ ਕੰਮਾਂ 'ਤੇ ਐਨਰਜੀ ਨਾ ਵੇਸਟ ਕਰ ਵੀ ਧਰਤੀ ਕਦੋਂ ਹੋਂਦ ਵਿੱਚ ਆਈ। ਕਿਉਂਕਿ ਅੱਜ ਜ਼ੋਰ ਇੱਧਰ ਲੱਗ ਰਿਹਾ, ਤਾਂ ਹੀ ਉਹ ਬੰਦੇ ਦਾ ਜ਼ੋਰ ਲੱਗ ਰਿਹਾ। ਜ਼ਿੰਦਗੀ ਨੂੰ ਸਵਾਰਨ 'ਤੇ ਜ਼ੋਰ ਨਹੀਂ ਲੱਗ ਰਿਹਾ, ਉਹਦਾ ਅੰਤ ਪਾਉਣ 'ਤੇ ਜ਼ੋਰ ਲੱਗ ਰਿਹਾ। ਆਪਣੀ ਬੁੱਧੀ ਦੇ ਤਲ 'ਤੇ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਵੇਖ, ਤੂੰ ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰ। ਮਹਾਰਾਜ ਨੇ ਇਹ ਮਨੌਤ ਦਾ ਖੰਡਨ ਕੀਤਾ ਕਿ ਤੂੰ ਆਪਣੀ ਜ਼ਿੰਦਗੀ 'ਚ ਖੂਬਸੂਰਤੀ ਲੈ ਕੇ ਆ, ਇੱਧਰ ਨਾ ਤੁਰ ਕਿ ਧਰਤੀ ਕਦੋਂ ਹੋਂਦ ਵਿੱਚ ਆਈ, ਉਹਦਾ ਆਕਾਰ ਕਦੋਂ ਬਣਿਆ। ਆ ਮੈਂ ਤੈਨੂੰ ਦੱਸਾਂ,
ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਆਗੂ ਅਖਵਾਉਂਦੇ ਸੀ ਨਾ, ਉਸ ਵਕਤ ਦੇ ਬ੍ਰਾਹਮਣ, ਉਸ ਵਕਤ ਦੇ ਕਾਜੀ, ਉਸ ਵਕਤ ਦੇ ਜੋਗੀ, ਜਿਹੜੇ ਦੁਨੀਆ ਨੂੰ ਦੱਸਦੇ ਸੀ ਕਿ ਅਸੀਂ ਦੁਨੀਆ ਨੂੰ ਦੱਸ ਸਕਦੇ ਹਾਂ ਦੁਨੀਆ ਕੀ ਹੈ। ਜੇ ਸੱਚੀ ਉਹਨਾਂ ਨੂੰ ਦੁਨੀਆ ਦੇ ਆਕਾਰ ਬਣਨ ਬਾਰੇ, ਇਸ ਕਾਇਨਾਤ ਨੂੰ ਸਿਰਜਣ ਬਾਰੇ ਪਤਾ ਹੁੰਦਾ ਵੀ ਉਹ ਦਿਨ ਕਿਹੜਾ ਸੀ, ਥਿੱਤ ਕਿਹੜੀ ਸੀ, ਵਾਰ ਕਿਹੜਾ ਸੀ, ਮਹੀਨਾ ਕਿਹੜਾ ਸੀ, ਤੇ ਪੱਕੀ ਗੱਲ ਹੈ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ 'ਚ ਇੱਕ ਅੱਧਾ ਚੈਪਟਰ ਲਿਖ ਜਾਣਾ ਸੀ। ਸਭ ਤੋਂ ਪਹਿਲਾਂ ਗੁਰਦੇਵ ਪਿਤਾਮਹ ਕਹਿੰਦੇ ਆਪਣੇ ਅੰਦਰ ਦਾ ਵਿਕਾਸ ਕਿਉਂ ਖਤਮ ਕਰਦਾ ਇਹਨਾਂ ਗੱਲਾਂ 'ਚ ਐਨਰਜੀ ਵੇਸਟ ਕਰਕੇ। ਆਹ ਤੈਨੂੰ ਮੈਂ ਦੱਸਾਂ ਕਿ ਜੇ ਉਸ ਵਕਤ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਪੱਕੀ ਗੱਲ ਹੈ ਉਹ ਪੰਡਤ ਇੱਕ ਅੱਧਾ ਚੈਪਟਰ ਜਿਹੜਾ ਉਹ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਜ਼ਰੂਰ ਲਿਖ ਜਾਂਦੇ। ਤੇ ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਕਵਣ ਸੁਵੇਲਾ ਕਿਹੜਾ ਵੇਲਾ ਸੀ, ਵਕਤ ਕਵਣ, ਉਹ ਕਿਹੜਾ ਵਕਤ ਸੀ, ਕਿਹੜਾ ਟਾਈਮ ਸੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਿਹੜੀ ਥਿਤ ਸੀ, ਕਵਣ ਵਾਰ, ਉਹ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ, ਕਿਹੜੀ ਥਿਤ ਸੀ, ਕਿਹੜਾ ਵਾਰ ਸੀ। ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ, ਕਵਣ ਵਾਰ। ਕਿੰਨੇ ਪਿਆਰੇ ਸ਼ਬਦ ਵਰਤੇ ਨੇ ਇੱਥੇ। ਕਵਣ ਸੇ ਰੁੱਤੀ, ਉਹ ਰੁੱਤ ਕਿਹੜੀ ਸੀ, ਮਾਹ ਕਵਣ, ਉਹ ਮਹੀਨਾ ਕਿਹੜਾ ਸੀ। ਕਵਣ ਸੇ ਰੁੱਤੀ ਮਾਹ ਕਵਣ, ਜਿਤ ਹੋਆ ਆਕਾਰ, ਜਦੋਂ ਉਹ ਕਾਇਨਾਤ ਦਾ ਆਕਾਰ ਬਣਿਆ ਉਹ ਕਿਹੜੀ ਥਿਤ, ਕਿਹੜਾ ਮਹੀਨਾ, ਕਿਹੜਾ ਵਾਰ ਸੀ, ਨਹੀਂ ਪਤਾ। ਤੂੰ ਇੱਧਰ એનર્ਜੀ ਕਿਉਂ ਵੇਸਟ ਕਰਦਾ। ਆਹ ਗੱਲ ਜੀ ਮਹਾਰਾਜ ਕਹਿੰਦੇ ਆਹ ਸਮਝਾਈਏ। ਕਹਿੰਦੇ ਜੇ ਪਤਾ ਹੁੰਦਾ ਨਾ, ਸੱਚੀ ਗੱਲ ਹੈ, ਵੇਲ ਨਾ ਪਾਈਆ ਪੰਡਤੀ, ਉਸ ਵੇਲੇ ਦਾ ਉਸ ਟਾਈਮ ਦਾ ਪੰਡਤਾਂ ਨੂੰ ਵੀ ਨਹੀਂ ਪਤਾ। ਜੇ ਪਤਾ ਹੁੰਦਾ ਨਾ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਉਹਨਾਂ ਨੇ ਪੁਰਾਣਾ 'ਚ ਇੱਕ ਅੱਧਾ ਲੇਖ ਲਿਖ ਜਾਣਾ ਸੀ। ਆਹ ਵਾਰ ਸੀ, ਆਹ ਮਹੀਨਾ ਸੀ, ਆਹ ਰੁੱਤ ਸੀ, ਆਹ ਸਾਲ ਸੀ, ਜਦੋਂ ਉਸ ਮਾਲਕ ਨੇ ਕਾਇਨਾਤ ਨੂੰ ਇਸ ਸ੍ਰਿਸ਼ਟੀ ਨੂੰ ਸਾਜਿਆ, ਪਤਾ ਲੱਗ ਜਾਣਾ ਸੀ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਅੱਗੇ ਦੇ ਵਕਤ ਨਾ ਪਾਇਓ ਕਾਦੀਆਂ। ਅਗਲੀ ਗੱਲ ਆ ਗਈ ਕਾਜ਼ੀਆਂ ਦੀ, ਵੀ ਜੇ ਕਾਜ਼ੀਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਉਹਨਾਂ ਨੇ ਵੀ ਕੁਰਾਨ ਦੇ ਵਿੱਚ 2-4 ਆਇਤਾਂ ਲਿਖ ਜਾਣੀਆਂ ਸੀ ਵੀ ਆਹ ਦਿਨ ਸੀ, ਆਹ ਥਿਤ ਸੀ। ਉਹਨਾਂ ਦੀਆਂ ਮਨੌਤਾਂ ਨੇ ਕਿ 6 ਦਿਨ ਰੱਬ ਨੇ ਕੰਮ ਕੀਤਾ, ਕਾਇਨਾਤ ਨੂੰ ਬਣਾਇਆ, 7ਵੇਂ ਦਿਨ ਰੈਸਟ ਕੀਤੀ। ਵੱਖਰੀ ਗੱਲ ਹੈ, ਉਹਨਾਂ ਤਿੰਨਾਂ ਦੀਆਂ ਆਪਣੀਆਂ ਆਪਣੀਆਂ ਮਨੌਤਾਂ ਨੇ, ਪਰ ਗੁਰਮਤ ਨਹੀਂ ਮੰਨਦੀ ਇਸ ਗੱਲ ਨੂੰ। ਨਾ 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 ਨਾ, ਗੁਰੂ ਸਾਹਿਬ ਨੇ ਤਾਂ ਗੱਲ ਕਲੀਅਰ ਕਰਤੀ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ। ਅੱਗੇ ਤੀਜੀ ਗੱਲ ਆ ਗਈ ਜੋਗੀ ਦੀ, ਵੀ ਥਿੱਤ ਵਾਰ ਨਾ ਜੋਗੀ ਜਾਣੈ। ਜੋਗੀ ਨੂੰ ਵੀ ਥਿੱਤ ਵਾਰ ਦਾ ਨਹੀਂ ਪਤਾ। ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਉਸ ਰੁੱਤ ਦਾ ਉਸ ਮਹੀਨੇ ਦਾ ਉਹਨੂੰ ਵੀ ਨਹੀਂ ਪਤਾ। ਰੁੱਤ ਮਾਹ ਨਾ ਕੋਈ, ਫਿਰ ਮਹਾਰਾਜ ਕਿਹਨੂੰ ਪਤਾ। ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ, ਉਹ ਤੇ ਆਪ ਜਾਣਦਾ ਉਸ ਕਾਇਨਾਤ ਨੂੰ ਉਹਨੇ ਕਦੋਂ ਬਣਾਇਆ। ਇਹ ਲੱਭਣ ਦਾ ਕੰਮ ਵੀ ਨਹੀਂ ਤੇਰਾ ਪਿਆਰਿਆ। ਤੂੰ ਲੱਭ ਵੀ ਲਵੇਂਗਾ ਕੀ ਹੋ ਜਾਏਗਾ ਮੰਨ ਲਓ। ਨਾਲੇ ਕਹਿ ਦਿੱਤਾ, ਕਹਿੰਦੇ ਨਹੀਂ ਤੇਰੇ ਕੋਲ ਇਹ ਕੰਮ ਨਹੀਂ ਹੋਣਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੈ, ਆਪੇ ਜਾਣੈ ਸੋਈ, ਉਹ ਆਪ ਹੀ ਜਾਣਦਾ ਉਸਨੇ ਸ੍ਰਿਸ਼ਟੀ ਨੂੰ ਕਦਾਂ ਸਾਜਿਆ, ਕਦੋਂ ਸਾਜਿਆ, ਕਿੱਦਾਂ ਸਾਜਿਆ, ਉਹ ਆਪ ਜਾਣਦਾ। ਅਤੇ ਨਾਲੇ ਪਿਆਰਿਆ, ਸਾਡੀ ਜ਼ਿੰਦਗੀ ਦਾ ਮਨੋਰਥ ਇਹ ਹੈ ਵੀ ਨਹੀਂ ਕਿ ਅਸੀਂ ਸ੍ਰਿਸ਼ਟੀ ਨੂੰ ਸਾਜਣ ਬਾਰੇ ਦਿਨ ਦਾ ਪਤਾ ਕਰਦੇ ਫਿਰੀਏ। ਤੂੰ ਇਹ ਵੇਖ, ਤੂੰ ਆਪਣੀ ਜ਼ਿੰਦਗੀ ਦੀ ਸ੍ਰਿਸ਼ਟੀ ਕਿੱਦਾਂ ਸਾਜਣੀ ਹੈ। ਤੂੰ ਆਪਣੀ ਜ਼ਿੰਦਗੀ ਨੂੰ ਸਵਾਰਨ ਬਾਰੇ ਜ਼ੋਰ ਲਾ ਵੀ ਇਹਦੇ ਵਿੱਚ ਗੁਣ ਪੈਦਾ ਕਰ, ਇਹ 'ਚ ਚੰਗਿਆਈਆਂ ਪੈਦਾ ਕਰ। ਤੂੰ ਆਪਣੇ ਅੰਦਰ ਦੇ ਤੀਰਥ ਸਥਾਨ 'ਤੇ ਇਸ਼ਨਾਨ ਕਰਨ ਦੀ ਕੋਸ਼ਿਸ਼ ਕਰ। ਤੂੰ ਆਪਣੇ ਅੰਦਰੋਂ ਮੈਲ, ਬੁਰੀਆਂ ਆਦਤਾਂ, ਬੁਰੇ ਖਿਆਲ ਕੱਢਣ ਦੀ ਕੋਸ਼ਿਸ਼ ਕਰ। ਤੇਰੀ ਜ਼ਿੰਦਗੀ ਦਾ ਇਹ ਟਾਰਗੇਟ ਨਹੀਂ, ਤੇਰੀ ਇਹ ਮੰਜ਼ਿਲ ਨਹੀਂ ਹੈ। ਉਹ ਤੇ ਆਪ ਜਾਣਦਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਕਹਿਣ ਲੱਗੇ ਆਪੇ ਜਾਣੈ ਸੋਈ, ਉਹ ਆਪ ਹੀ ਜਾਣਦਾ ਹੈ ਕਿ ਉਹਨੇ ਕਾਇਨਾਤ ਨੂੰ ਕਦੋਂ ਸਾਜਿਆ, ਕਦੋਂ ਇਹ ਧਰਤੀ ਦਾ ਆਕਾਰ ਹੋਂਦ ਵਿੱਚ ਹੈ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਫਿਰ ਕਹਿੰਦੇ ਕਿਵੇਂ ਕਰ ਆਖਾਂ, ਕਿਵੇਂ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਮਾਲਕ ਜੀ ਮੈਂ ਤੁਹਾਡੀ ਕਿਵੇਂ ਵਡਿਆਈ ਕਰਾਂ, ਕਿਵੇਂ ਤੁਹਾਨੂੰ ਵਰਣਨ ਕਵਾਂ। ਕਿਵੇਂ ਕਰ ਆਖਾਂ, ਕਿਵੇਂ ਸਲਾਹੀ, ਕਿਉਂ ਵਰਨੀ ਕਿਵੇਂ ਜਾਣਾ। ਮੈਂ ਕਿਵੇਂ ਤੁਹਾਡੇ ਗੁਣਾਂ ਨੂੰ ਬਿਆਨ ਕਰਾਂ, ਕਿੱਦਾਂ ਤੁਹਾਡੇ ਆਪਣੇ ਕੋਲੋਂ ਸ਼ਬਦ ਲੈ ਕੇ ਕਿਵੇਂ ਤੁਹਾਡੀ ਮਹਿਮਾ ਕਰਾਂ। ਕਿਵੇਂ ਘਰ ਆਖਾਂ, ਕਿਵੇਂ ਸਲਾਹੀ, ਕਿਉਂ ਵਰਨੀ ਕਿਵੇਂ ਜਾਣਾ। ਅਤੇ ਪਾਤਸ਼ਾਹ ਕਹਿੰਦੇ ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ। ਨਾਨਕ ਆਖਣ ਸਭ ਕੋ ਆਖੈ। ਇੱਥੇ ਤੇ ਮੈਂ ਕਿੱਦਾਂ ਬਿਆਨ ਕਰਾਂ ਮਹਾਰਾਜ। ਕਿਵੇਂ ਘਰ ਆਖਾਂ, ਕਿਵੇਂ ਸਲਾਹੀ, ਕਿਉਂ ਵਰਨੀ ਕਿਵੇਂ ਜਾਣਾ। ਨਾਨਕ ਆਖਣ ਸਭ ਕੋ ਆਖੈ। ਗੁਰੂ ਸਾਹਿਬ ਜੀ ਕਹਿੰਦੇ ਇੱਥੇ ਤਾਂ ਨਾ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਬੰਦਾ ਬਿਆਨ ਕਰਨ ਦੀ ਕੋਸ਼ਿਸ਼ ਕਰੇ। ਮੈਂ ਦੱਸਾਂਗਾ ਉਹਨੇ ਕਾਇਨਾਤ ਨੂੰ ਕਿੱਦਾਂ ਸਾਜਿਆ, ਅਤੇ ਕਾਇਨਾਤ ਨੂੰ ਕਿੱਦਾਂ ਸਾਜਿਆ ਅਤੇ ਕਿੰਝ ਸਾਜਿਆ। ਐਂ ਤਾਂ ਜਿਵੇਂ ਬੰਦਾ ਮੋਢੇ ਨੂੰ ਹੱਥ ਲਾ ਕੇ ਦੂਜੇ ਨੂੰ ਕਹਿੰਦਾ ਤੂੰ ਪਿਛਾਓ, ਮੈਂ ਦੱਸਦਾ, ਮੈਨੂੰ ਜ਼ਿਆਦਾ ਪਤਾ। ਨਾਨਕ ਆਖਣ ਸਭ ਕੋ ਆਖੈ, ਆਖਣ ਨੂੰ ਤਾਂ ਹਰ ਕੋਈ ਆਖ ਰਿਹਾ। ਇੱਕ ਦੂੰ, ਇੱਕ ਨਾਲੋਂ
ਇੱਕ ਸਿਆਣਾ, ਇੱਕ ਤੂੰ ਇੱਕ ਸਿਆਣਾ, ਦੂਜੇ ਨਾਲੋਂ ਦੂਜੇ ਨੂੰ ਕਹਿੰਦਾ ਤੈਨੂੰ ਨਹੀਂ ਪਤਾ ਲੱਗਾ, ਮੈਂ ਦੱਸੂਗਾ, ਮੈਂ ਦੱਸਾਂਗਾ ਵੀ ਧਰਤੀ ਨੂੰ ਉਹਨੇ ਕਿੱਦਾਂ ਸਾਜਿਆ, ਇਹ ਧਰਤੀ ਦਾ ਆਕਾਰ ਕਦੋਂ ਹੋਂਦ ਵਿੱਚ ਹੈ, ਮੈਂ ਦੱਸਾਂਗਾ। ਤੂੰ ਜਾਂਦਾ ਅੱਛਾ ਹੁਣ ਮੈਂ ਦੱਸਾਂਗਾ ਰੱਬ ਕੀ, ਉਹ ਭਲਿਓ ਉਹਦਾ ਤੂੰ ਅੰਤ ਨਹੀਂ ਪਾ ਸਕਦਾ। ਸਾਡਾ ਅੰਤ ਪਾਉਣਾ ਟਾਰਗੇਟ ਵੀ ਨਹੀਂ ਹੈ, ਤਾਂ ਹੀ ਗੁਰਦੇਵ ਨੇ ਲਿਖਤਾ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਨਾਨਕ ਆਖਣ ਸਭ ਕੋ ਆਖੈ। ਆਖਣ ਨੂੰ ਸਾਰੇ ਆਖਦੇ ਨੇ, ਇੱਕ ਦੂੰ ਇੱਕ ਸਿਆਣਾ, ਇੱਕ ਨਾਲੋਂ ਇੱਕ ਵੱਧ ਕੇ ਦਲੀਲਾਂ ਕਿਤੇ ਘੱਟ ਨੇ ਬੰਦਿਆਂ ਕੋਲ। ਕਿੱਦਾਂ ਦਲੀਲਾਂ, ਆਪਣੀ ਬੁੱਧੀ ਦੇ ਤਲ 'ਤੇ ਕਿੱਦਾਂ ਦਲੀਲਾਂ ਦੇ ਰਿਹਾ ਬੰਦਾ, ਮੈਂ ਦੱਸਾਂਗਾ ਇੱਦਾਂ ਬਣਿਆ, ਦੁਨੀਆ ਇੱਦਾਂ ਬਣੀ, ਇੱਕ ਐਨਰਜੀ ਸੀ ਉੱਥੇ ਆਹ ਹੋ ਗਿਆ ਅਤੇ ਆਹ ਹੋ ਗਿਆ, ਇੱਦਾਂ ਕਹਿਣ ਨਾਲ ਸਰ ਜੀ ਕਿੱਦਾਂ ਪੇਸ਼ ਕਰ ਲੇਗਾ ਪਿਆਰਿਆ। ਤੇਰੀ ਜ਼ਿੰਦਗੀ ਦਾ ਟਾਰਗੇਟ ਇਹ ਹੈ, ਤੇਰੀ ਜ਼ਿੰਦਗੀ ਦਾ ਮਨੋਰਥ ਹੈ, ਤੇਰੀ ਜ਼ਿੰਦਗੀ ਦਾ ਮਨੋਰਥ ਇਹ ਹੈ ਤੂੰ ਆਪਣੇ ਜੀਵਨ ਨੂੰ ਕਿੱਦਾਂ ਸਵਾਰਨਾ, ਤੂੰ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਕਿੱਦਾਂ ਬਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ, ਇੱਕ ਦੂੰ ਇੱਕ ਸਿਆਣਾ, ਆਪਣੇ ਆਪ ਨੂੰ ਇੱਕ ਦੂਜੇ ਨਾਲੋਂ ਦੂਜਾ ਸਿਆਣਾ ਸਮਝ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ। ਪਹਿਲੇ ਕੋਲੋਂ ਗੱਲ ਨਹੀਂ ਬਣੀ, ਪਹਿਲੇ ਨਹੀਂ ਦੱਸ ਸਕੇ ਰੱਬ ਬਾਰੇ, ਪਹਿਲੇ ਨਹੀਂ ਦੱਸ ਸਕੇ ਰੱਬ ਦੀ ਕਾਇਨਾਤ ਬਾਰੇ, ਮੈਂ ਦੱਸਾਂਗਾ ਕੀ ਹੈ, ਮੈਂ ਦੱਸਾਂਗਾ। ਪਾਤਸ਼ਾਹ ਕਹਿੰਦੇ ਨੇ ਵੱਡਾ ਸਾਹਿਬ ਵੱਡੀ ਨਾਈ, ਉਹ ਵੱਡਾ ਸਾਹਿਬ ਹੈ, ਉਹਦੀ ਵਡਿਆਈ ਵੱਡੀ ਹੈ। ਕੀਤਾ ਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੇ। ਆਪੋ ਦਾ ਅਰਥ ਕੀ ਹੈ, ਜੇ ਆਪਣੀ ਬੁੱਧੀ ਦੇ ਤਲ 'ਤੇ ਹਉਮੈ ਗ੍ਰਸਤ ਹੋ ਕੇ ਦੱਸਣ ਦੀ ਕੋਸ਼ਿਸ਼ ਕਰੇ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਕੀ ਹੈ ਜੀ, ਅੱਗੇ ਗਿਆ ਨਾ ਸੋ ਹੈ, ਭਾਵ ਉਹ ਮਾਲਕ ਦੇ ਦਰਬਾਰ ਵਿੱਚ। ਦਰਬਾਰ ਕਿੱਥੇ ਹੈ, ਜਿੱਥੇ ਉਹ ਆਪ ਬੈਠਾ ਹੈ। ਅੱਗੇ ਗਿਆ ਨਾ ਸੋ ਹੈ, ਉਹ ਸ਼ੋਭਾ ਨਹੀਂ ਪਾਏਗਾ, ਕਿਉਂਕਿ ਬੁੱਧੀ ਦਾ ਜ਼ੋਰ ਇਸ ਗੱਲ 'ਤੇ ਲੱਗਾ ਹੈ ਕਿ ਮੈਂ ਪੇਸ਼ ਕਰਾਂਗਾ, ਹੁਣ ਦੱਸਾਂਗਾ ਕੀ ਹੈ। ਉਹ ਪਿਆਰਿਆ ਨਹੀਂ ਹੋਣਾ ਤੇਰੇ ਕੋਲੋਂ। ਗੁਰਦੇਵ ਨੇ ਬਹੁਤ ਪਿਆਰੇ ਸ਼ਬਦ ਵਰਤੇ ਇੱਥੇ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਕਿੰਨੇ ਪਿਆਰੇ ਸ਼ਬਦ, ਕਿੰਨੀ ਪਿਆਰੀ ਗੱਲ ਕਹੀ। ਕਹਿੰਦੇ ਤੇਰਾ ਟਾਰਗੇਟ ਇਹ ਨਹੀਂ ਹੈ, ਤੇਰਾ ਮਕਸਦ ਇਹ ਹੈ ਕਿ ਤੂੰ ਆਪਣੇ ਅੰਦਰ ਤੀਰਥ, ਤਪ, ਦਇਆ, ਦਤ, ਦਾਨ ਜੇ ਕੋ ਪਾਵੇ ਤਿਲ ਕਾ ਮਨ। ਤੇਰਾ ਕੰਮ ਤੇ ਇਹ ਹੈ ਕਿ ਤੂੰ ਆਹ ਕੰਮ ਕਰ, ਇਹ 'ਚੋਂ ਤਿਲ ਜਿੰਨਾ ਵੀ ਜੇ ਕਿਤੇ ਤੈਨੂੰ ਮਾਣ ਮਿਲ ਗਿਆ ਨਾ, ਫਿਰ ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣੇਗਾ ਮੰਨੇਗਾ, ਆਹ ਕੰਮ ਕਰਨਾ ਸੀ, ਸੁਣਨਾ ਮੰਨਣਾ, ਮਨ ਕੀਤਾ ਪਾਓ। ਅਸੀਂ ਤਾਂ ਇਹਨਾਂ ਕੰਮਾਂ 'ਚ ਉਲਝੇ ਪਏ ਹਾਂ। ਇਹ ਪਾਠ ਭਾਈ ਸਾਹਿਬ ਜੀ ਕਿਧਰ ਨੂੰ ਮੂੰਹ ਕਰਕੇ ਕਰੀਏ? ਕਿਤੇ ਲਿਖਿਆ ਗੁਰੂ ਸਾਹਿਬ ਨੇ ਇੱਥੇ ਵੀ ਤੂੰ ਸੱਜੇ ਵੱਲ ਮੂੰਹ ਕਰਨਾ, ਖੱਬੇ ਵੱਲ ਮੂੰਹ ਕਰਨਾ, ਲਹਿੰਦੇ ਕਰਨਾ, ਚੜ੍ਹਦੇ ਕਰਨਾ। ਕੋਈ ਪਾਠ ਕਰ ਲੱਗਿਆ ਲਾ ਕੇ ਗਲਾਸ ਪਾਣੀ ਦਾ ਰੱਖ ਲੈਂਦਾ ਵੀ ਜਦੋਂ ਮੈਂ ਪਾਠ ਕੀਤਾ ਹੁਣ ਗਲਾਸ ਪਾਣੀ ਦਾ ਰੱਖ ਲਿਆ, ਇੱਦਾਂ ਮੈਂ ਛੱਟਾ ਦੇ ਦੂੰ। ਮਾਰੇ ਕਹਿੰਦੇ ਆਹ ਕੰਮ ਕਰ, ਸੁਣਿਆ ਮੰਨਿਆ ਤੇ ਮਨ ਕੀਤਾ ਪਾਓ। ਸੁਣ ਮਨ ਤੇ ਅੰਦਰ ਪਿਆਰ ਪੈਦਾ ਕਰ, ਸੁਣਿਆ ਮੰਨਿਆ ਮਨ ਕੀਤਾ ਪਾਓ ਤੇ ਅੰਤਰਗਤ ਤੀਰਥ ਮਲ ਨਹਾਓ। ਆਪਣੇ ਅੰਦਰ ਜਿਹੜਾ ਤੀਰਥ ਸਥਾਨ ਹੈ ਇਹ 'ਤੇ ਮਲ ਮਲ ਕੇ ਨਹਾਉਣਾ ਸ਼ੁਰੂ ਕਰ, ਤਾਂ ਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਤੇਰੇ ਅੰਦਰ ਦੀ ਮੈਲ ਲੈ ਸਕੇ, ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ। ਫਿਰ ਸਮਝ ਆ ਗਈ, ਜਦੋਂ ਮਲ ਮਲ ਕੇ ਧੋਤਾ ਫਿਰ ਅੰਦਰੋਂ ਸਮਝ ਆ ਗਈ ਕਿ ਸਭ ਗੁਣ ਤੇਰੇ। ਮਹਾਰਾਜ ਮੈਂ ਐਵੇਂ ਮਾਣ ਕਰੀ ਜਾਂਦਾ ਸੀ, ਗੁਣ ਤੇ ਸਾਰੇ ਤੁਹਾਡੇ ਸੀ, ਇਹ ਤਾਂ ਤੁਹਾਡੇ, ਤੁਸੀਂ ਮੈਨੂੰ ਦੱਸੇ ਸੀ ਇਹ ਗੁਣ ਜੀਵਨ 'ਚ ਆ ਗਏ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਤੇ ਵਿਣ ਗੁਣ ਕੀਤੇ ਭਗਤ ਨਾ ਹੋਏ। ਹੁਣ ਸਮਝ ਆ ਗਈ ਵੀ ਬਿਨਾਂ ਗੁਣਾਂ ਤੋਂ ਜਦੋਂ ਤੱਕ ਗੁਣ ਹੀ ਨਹੀਂ ਪੈਦਾ ਹੋਏ ਤੇ ਕਾਹਦੀ ਭਗਤੀ? ਗੁਣ ਪੈਦਾ ਹੋਣੇ ਤੇ ਭਗਤੀ ਹੈ। ਜੇ ਗੁਣ ਹੀ ਨਹੀਂ ਪੈਦਾ ਹੋਏ ਤੇ ਇਬਾਦਤ ਕਾਹਦੀ ਹੈ? ਜੇ ਬੋਡੀ ਨਾ ਬਣੀ ਤੇ ਜਿਮ ਜਾਣ ਦਾ ਫਾਇਦਾ ਹੀ ਕੀ? ਜੇ ਬੰਦੇ ਦੀ ਬੋਡੀ ਨਾ ਬਣੀ ਤੇ ਜਿਮ ਜਾਣ ਦਾ ਫਾਇਦਾ ਹੀ ਕੀ? ਤੇ ਜੇ ਮਹਾਰਾਜ ਗੁਣ ਹੀ ਨਾ ਪੈਦਾ ਹੋਏ ਤੇ ਇਬਾਦਤ ਕਾਹਦੀ ਹੋਈ? ਗੁਣਾਂ ਨੇ ਦੱਸਣਾ ਨਾ, ਮੈਂ ਇੰਨੇ ਸਾਲ ਗੁਰਦੁਆਰੇ ਗਿਆ, ਇਹ ਦੱਸਣ ਦੀ ਲੋੜ ਥੋੜ੍ਹਾ ਸੀ। ਤੇਰੇ ਵਿਹਾਰ ਨੇ ਦੱਸ ਦੇਣਾ ਸੀ, ਤੇਰੇ ਪਰਿਵਾਰ ਨੇ ਦੱਸ ਦੇਣਾ ਸੀ ਵੀ ਇਹ ਬਾਣੀ ਪੜ੍ਹਦਾ ਨਹੀਂ ਤੇ ਬਾਣੀ ਜਿਉਂਦਾ। ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ। ਫਿਰ ਹਿਰਦੇ ਜਦੋਂ ਗੁਣ ਆ ਗਏ ਨਾ, ਫਿਰ ਅੰਦਰ ਹੀ ਜੈ ਹੋਏਗੀ, ਫਿਰ ਅੰਦਰ ਹੀ ਸਿਰ ਸਲਾਹ ਹੋਏਗੀ, ਫਿਰ ਤੇ ਅੰਦਰ ਹੀ ਪੂਜਾ ਹੋਏਗੀ। ਫਿਰ ਬਾਹਰ ਟੱਲੀਆਂ ਖੜਕਾਉਣ ਦੀ ਲੋੜ ਥੋੜ੍ਹਾ ਪੈਣੀ ਹੈ। ਫਿਰ ਘਾਟੇ ਅੰਤਰ ਪੂਜਾ ਹੋਏ, ਫਿਰ ਤਾਂ ਮਾਣ ਨਾ ਕਹੇਗਾ ਮੈਂ ਪੁਜਾਰੀ ਹਾਂ। ਕਿਹਦਾ? ਠਾਕੁਰ ਦਾ। ਟੱਲੀਆਂ ਬਾਹਰੋਂ ਖੜਕਾਉਣ ਦੀ ਲੋੜ ਨਹੀਂ ਪੈਣੀ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਕਿਹਦਾ? ਉਸ ਵਿਆਪਕ ਅਕਾਲ ਪੁਰਖ ਦਾ ਪੁਜਾਰੀ ਹਾਂ ਮੈਂ ਭਾਈ। ਆੜਾ ਪੁਜਾਰੀ ਸ਼ਬਦ ਬੋਲਿਆ ਜਾ ਰਿਹਾ ਨਾ, ਸਿੱਖ ਮਾਣ ਨਾ ਕਹਿੰਦਾ ਮੈਂ ਪੁਜਾਰੀ ਹਾਂ। ਮੈਂ ਖੇਤਾਂ 'ਚ ਹਲ ਵਾਹੁੰਦਿਆਂ ਵੀ ਪੁਜਾਰੀ ਹਾਂ, ਮੈਂ ਪੱਠੇ ਵੜਦਿਆਂ ਵੀ ਪੁਜਾਰੀ ਹਾਂ, ਮੈਂ ਪੁਲਿਸ ਦੀ ਨੌਕਰੀ ਕਰਦਿਆਂ ਵੀ ਪੁਜਾਰੀ ਹਾਂ, ਮੈਂ ਡਾਕਟਰ ਦੀ ਜੌਬ ਕਰਦਿਆਂ ਵੀ ਪੁਜਾਰੀ ਹਾਂ, ਮੈਂ ਜੱਜ ਦੀ ਕੁਰਸੀ 'ਤੇ ਬੈਠਿਆਂ ਵੀ ਪੁਜਾਰੀ ਹਾਂ, ਅਤੇ ਮੈਂ ਵਕੀਲ ਬਣ ਕੇ ਕੇਸ ਲੜਦਿਆਂ ਵੀ ਪੁਜਾਰੀ ਹਾਂ, ਮੈਂ ਸਕੂਲ 'ਚ ਪੜ੍ਹਾਉਂਦਿਆਂ ਵੀ ਪੁਜਾਰੀ ਹਾਂ, ਅਤੇ ਘਰ 'ਚ ਪ੍ਰਸ਼ਾਦਾ ਪਕਾਉਂਦਿਆਂ ਵੀ ਪੁਜਾਰੀ ਹਾਂ, ਮੈਂ ਕਿਸੇ ਫੈਕਟਰੀ 'ਚ ਕੰਮ ਕਰਦਿਆਂ ਵੀ ਪੁਜਾਰੀ ਹਾਂ, ਅਤੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਵੀ ਪੁਜਾਰੀ ਹਾਂ। ਕਿਉਂਕਿ ਜਦੋਂ ਮੇਰਾ ਠਾਕੁਰ ਵਿਆਪਕ ਹੈ ਅਤੇ ਉਹਦੀ ਪੂਜਾ ਤਾਂ ਫਿਰ ਆਪਣੇ ਆਪ ਹੀ ਹੋ ਰਹੀ ਹੈ ਨਾ। ਤੇਰਾ ਨਾਮ ਕਰੀ ਚਰਨਾਠੀ ਹੈ, ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇਰ ਵਾਲੇ। ਕਿੱਥੇ ਪੂਜਾ? ਘਾਟੇ ਅੰਤਰ ਪੂਜਾ ਹੋਏ। ਫਿਰ ਸਵਸਥ ਆਤ ਬਾਣੀ ਬਰਮਾਓ, ਸਵਸਥ ਆਤ ਬਾਣੀ ਬਰਮਾਓ। ਫਿਰ ਅੰਦਰ 24 ਘੰਟੇ ਜੈ ਜੈਕਾਰ ਹੋਏਗੀ, 24 ਘੰਟੇ ਪੂਜਾ ਹੋਏਗੀ।
ਸਵਸਥ ਆਥ ਬਾਣੀ ਬਰਮਾਓ ਤੇ ਸਤ ਸੁਹਾਣ ਸਦਾ ਮਨ ਚਾਓ। ਸਦਾ ਹੀ ਮਨ 'ਚ ਖੇੜਾ ਬਣਿਆ ਰਹੇਗਾ। ਅੱਜ ਖੇੜਾ ਗਵਾ ਬੈਠੇ ਹਾਂ, ਜ਼ੋਰ ਹੋਰ ਹੀ ਕਿਸੇ ਬੰਨੇ ਲਾਈ ਜਾਂਦੇ ਆ। ਤੇ ਅਗਲੀ ਗੱਲ ਤਾਂ ਹੀ ਕਹਤਾ ਸੀ, ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤ ਹੋਆ ਆਕਾਰ। ਜੇ ਪਤਾ ਹੁੰਦਾ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਪਤਾ ਹੁੰਦਾ ਲਿਖ ਜਾਣਾ ਸੀ ਪੁਰਾਣਾ 'ਚ, ਵਕਤ ਨਾ ਪਾਇਓ ਕਾਦੀਆਂ। ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ, ਜੋਗੀਆਂ ਨੂੰ ਵੀ ਉਸ ਗੱਲ ਦਾ ਨਹੀਂ ਪਤਾ। ਰੁੱਤ ਮਾਂ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ ਕਿਮ ਕਰ ਆਖਾਂ ਕਿਮ ਸਾਲਾਹੀ ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ। ਇੱਕ ਦੂਜੇ ਦਾ ਮੋਢਾ ਫੜ ਕੇ ਨਾ ਪਿਛਾਂਹ ਸੁੱਟ ਕੇ ਮੈਂ ਦੱਸਦਾ, ਕਹਿੰਦੇ ਬੜੇ ਆਏ ਦੱਸਣ ਵਾਲੇ। ਇਸ ਕਰਕੇ ਨਾਨਕ ਜੇ ਕੋ ਆਪੋ ਜਾਣੇ, ਜੇ ਕੋ ਆਪਣੀ ਬੁੱਧੀ ਦੇ ਤਲ 'ਤੇ ਹਉਮੈ ਗ੍ਰਸਤ ਹੋ ਕੇ ਦੱਸਣ ਦੀ ਕੋਸ਼ਿਸ਼ ਕਰੇ, ਮੈਂ ਦੱਸੂੰਗਾ ਕਾਇਨਾਤ ਕਿੱਦਾਂ ਸਿਰਜੀ, ਮੈਂ ਦੱਸਾਂਗਾ ਰੱਬ ਕੀ ਹੈ, ਮੈਂ ਦੱਸਾਂਗਾ। ਨਾ ਭਾਈ, ਤੇਰਾ ਮਕਸਦ ਇਹ ਨਹੀਂ। ਤੇਰਾ ਮਕਸਦ ਹੈ ਚੰਗਿਆਈ ਨੂੰ ਉਹਦੀ ਹੁਕਮ ਦੀ ਰਜਾ ਵਿੱਚ ਤੁਰਨ ਦੀ ਕੋਸ਼ਿਸ਼ ਕਰ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋ ਹੈ, ਉਹ ਸ਼ੋਭਾ ਨਹੀਂ ਪਾਏਗਾ। ਸਾਰਿਆਂ ਦਾ ਧੰਨਵਾਦ। ਤੁਸੀਂ ਲੜੀਵਾਰ ਸਾਧ ਸੰਗਤ ਦੀ ਸਮਾਂ ਕੱਢ ਕੇ ਇਹ ਵਿਚਾਰਾਂ ਸਰਵਣ ਕਰਦੇ ਹੋ। ਅੱਜ ਆਪਾਂ 21 ਨੰਬਰ ਪੌੜੀ ਤੱਕ ਪਾਠ ਵਿਚਾਰ ਸਰਵਣ ਕਰ ਚੁੱਕੇ ਹਾਂ। ਇੱਦਾਂ ਆਪਾਂ ਹੌਲੀ ਹੌਲੀ 38 ਦੀਆਂ 38 ਪੌੜੀਆਂ ਸ਼ਲੋਕ ਨਾਲ ਵਿਚਾਰ ਕਰਦੇ ਜਾਵਾਂਗੇ, ਸਮਝਦੇ ਜਾਵਾਂਗੇ। ਆਪ ਵੀ ਬਾਣੀ ਪੜ੍ਹੋ, ਅਰਥ ਸਮਝੋ। ਤਾਂ ਕਿੰਨੇ ਸੋਹਣੇ ਮੋਤੀ ਪਰੋਏ ਨੇ। ਜੇ ਕਿਤੇ ਅਸੀਂ ਪੜ੍ਹਦੇ ਜਾਈਏ, ਅਸੀਂ ਆਪਣੇ ਬੱਚਿਆਂ ਨਾਲ ਵੀ ਇਹ ਗੱਲਾਂ ਸਾਂਝੀਆਂ ਕਰਾਂਗੇ। ਸਾਡੇ ਬੱਚੇ ਵੀ ਮਾਣ ਕਰਨਗੇ ਕਿ ਕਿੰਨਾ ਪਿਆਰਾ ਗਿਆਨ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਸਾਰਿਆਂ ਦਾ ਧੰਨਵਾਦ ਜੋ ਤੁਸੀਂ ਹੌਸਲਾ ਵੀ ਦਿੰਦੇ ਹੋ। ਬੜਿਆਂ ਵੀਰਾਂ ਦੇ ਫੋਨ ਵੀ ਆਉਂਦੇ ਨੇ। ਆਓ ਰਲ ਕੇ ਆਪਾਂ ਇਹ ਕਾਫਲਾ ਬਣਾਈਏ, ਗੁਰੂ ਦੀ ਬਾਣੀ ਦੇ ਇਸ ਮਹਾਨ ਸਾਗਰ ਵਿੱਚ ਚੁੱਭੀਆਂ ਮਾਰੀਏ ਅਤੇ ਗੁਰਮਤਿ ਦੇ ਇਹ ਮੋਤੀ ਆਪਣੇ ਹਿਰਦੇ ਵਿੱਚ ਪਰੋਈਏ, ਤਾਂ ਕਿ ਜ਼ਿੰਦਗੀ ਖੂਬਸੂਰਤ ਬਣ ਸਕੇ ਅਤੇ ਸਾਡੇ ਹਿਰਦੇ ਵਿੱਚ ਸਦਾ ਹੀ ਉਹ ਜੈ ਜੈਕਾਰ ਹੋ ਸਕੇ। ਬੇਨਤੀ ਪ੍ਰਵਾਨ ਕਰਨੀ, ਬਾਣੀ ਖੁਦ ਪੜ੍ਹੋ, ਸਮਝੋ, ਸਹਿਜ ਪਾਠ ਕਰੋ ਅਤੇ ਗੁਰੂ ਦੇ ਉੱਤੇ ਟੇਕ ਭਰੋਸਾ ਵਿਸ਼ਵਾਸ ਰੱਖੋ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।